ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ। ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ। ਕਿਸਾਨਾਂ ਨੇ ਬੀਜੇਪੀ ਦੀ ਜਿਹੜੀ ਹਰਿਆਣੇ ਦੀ ਸਰਕਾਰ ਆ ਉਹਨੂੰ ਡੇਗਣ ਦਾ ਜਿਹੜਾ ਉਹ ਪ੍ਰਬੰਧ ਕਰ ਦਿੱਤਾ। ਬੀਜੇਪੀ ਦੀ ਹਰਿਆਣੇ ਦੀ ਸਰਕਾਰ ਕਿਸੇ ਵੇਲੇ ਵੀ ਡਿੱਗ ਸਕਦੀ ਆ। ਅਕਾਲੀ ਦਲ ਨੇ ਇਹ ਕਿਸਾਨਾਂ ਨੂੰ ਇੱਕ ਵਿਖਾਵਾ ਕੀਤਾ, ਅਸਤੀਫਾ ਦੇ ਕੇ ਨਾਤਾ ਤੋੜ ਕੇ, ਪਰ ਜੋ ਕਾਰਵਾਈਆਂ ਕਰ ਰਿਹਾ ਅਕਾਲੀ ਦਲ ਉਹ ਕਿਸਾਨ ਅੰਦੋਲਨ ਨੂੰ ਕਮਜ਼ੋਰ ਕਰਨ ਦੀਆਂ ਕਾਰਵਾਈਆਂ ਕਰ ਰਿਹਾ। ਇਹਦਾ ਮਤਲਬ ਹੈ ਅਕਾਲੀ ਦਲ ਦੀ ਤੇ ਬੀਜੇਪੀ ਦੀ ਜਿਹੜੀ ਅੰਦਰ ਖਾਤੇ ਇੱਕ ਗੁਪਤ ਸਾਜ਼ਿਸ਼ ਆ। ਅੰਦੋਲਨ ਕਿਸਾਨਾਂ ਦਾ ਹੈ। ਜੇ ਪਾਰਟੀਆਂ ਕਿਸਾਨਾਂ ਦੀਆਂ ਹਮਦਰਦੀਆਂ ਦੇ ਕਿਸਾਨਾਂ ਦੇ ਅੰਦੋਲਨ 'ਚ ਆਣ ਕੇ ਬੈਠਣ, ਬਿਨਾਂ ਆਪਣੇ ਝੰਡੇ ਤੇ ਮਾਟੋ ਤੇ ਬੈਨਰ ਤੋਂ ਬੈਠਣ, ਕਿਸਾਨ ਅੰਦੋਲਨ ਦੀ ਹਮਾਇਤ ਕਰਨ, ਕਿਸਾਨ ਅੰਦੋਲਨ ਤੈਅ ਕਰੂਗਾ ਵੀ ਇਹਦੇ ਕੀ ਫੈਸਲੇ ਕਰਨ। ਕਾਂਗਰਸ ਤੇ ਅਕਾਲੀ ਦਲ ਦੀਆਂ ਨੀਤੀਆਂ ਨੂੰ ਕਿਵੇਂ ਸੇਮ ਆ ਜੀ, ਇਹ ਤਾਂ ਮਾਰੂ ਨੀਤੀਆਂ ਨੇ ਦੀਆਂ ਗਵਰਨਮੈਂਟ, ਕਿਸਾਨ ਨੂੰ ਮਾਰੂ ਨੀਤੀਆਂ ਜੀ। ਝੂਠ ਬੋਲ ਕੇ ਸਾਡੇ ਚ ਆਇਆ ਵਾ ਤੇ ਇਹਨੂੰ ਅਸੀਂ ਦੱਸ ਦਾਂਗੇ, ਚਾਹ ਵੇਚਣ ਵਾਲੇ ਨੂੰ ਭਾਂਡੇ ਵੇਚਣ ਡਾ ਦਾਂਗੇ, ਅਸੀਂ ਇਹਨੂੰ ਰਕਾਤ ਇਹਦੀ ਯਾਦ ਕਰਾ ਦਾਂਗੇ। ਇਹਨੂੰ ਜਿਹੜਾ ਕਿਸਾਨਾਂ ਦਾ ਸਾਥ ਦਊਗਾ ਤੇ ਵੋਟ ਵੀ ਉਹ ਲੈ ਜਾਊਗਾ, ਜਿਹੜਾ ਕਿਸਾਨਾਂ ਦੇ ਉਲਟ ਚੱਲੂਗਾ ਵੋਟ ਪਿੰਡਾਂ 'ਚ ਵੜਨ ਦਾ ਹੱਕ ਨਹੀਂ ਹੈਗਾ। ਇਹ ਤੇ ਰੂਹ ਆ ਕਿਸਾਨਾਂ ਦਾ। ਇਹ ਵੇਖੋ ਜੀ, ਇਹ ਮੋਦੀ ਹੋਣੀ ਭਾਜਪਾ ਹੋਣੀ, ਇਹ ਤੇ ਕੁਝ ਵੀ ਚੀਜ਼ ਨਹੀਂ ਆ। ਵੇਖੋ ਜੀ, ਇੱਥੇ ਤੇ ਐਡੇ ਵੱਡੇ ਵੇਖੋ ਅਬਦਾਲੀ ਵਰਗੇ ਹਨਾ, ਇੰਦਰਾ ਗਾਂਧੀ ਵਰਗੇ ਸਭ ਚੜਾਈਆਂ ਕਰਕੇ ਆਏ ਆ, ਉਹਨਾਂ ਦਾ ਕੱਖ ਨਹੀਂ ਰਿਹਾ। ਤੇ ਇਹ ਕੀ ਚੀਜ਼ ਆ? ਇਹਨਾਂ ਦਾ ਤੇ ਪਹਿਲਾਂ ਹੀ ਕੱਖ ਨਹੀਂ ਹੈਗਾ ਤੇ ਇਹਨੇ ਤੇ ਬਿਲਕੁਲ ਬੇੜਾ ਗਰਕ ਕਰਤਾ। ਚਾਹ ਵੇਚਦਾ ਸੀ, ਕਹਿੰਦਾ ਮੈਂ ਚਾਹ ਵੇਚਦਾ, ਵਾਕਈ ਚਾਹ ਵੇਚਦਾ ਸੀ। ਇਹ ਚਾਹ ਵੇਚਦਾ ਦੇਸ਼ ਹੀ ਵੇਚ ਚੱਲਿਆ। ਖੇਤੀ ਆਰਡੀਨੈਂਸ ਕਾਨੂੰਨ ਜਿਹੜਾ ਕਿ ਕਾਨੂੰਨ ਬਣ ਚੁੱਕਾ ਵਾ, ਇਸ ਟਾਈਮ ਉਹਦੇ ਵਿਰੋਧ ਦੇ ਵਿੱਚ ਜਗ੍ਹਾ ਜਗ੍ਹਾ ਦੇ ਪ੍ਰਦਰਸ਼ਨ ਕੀਤੇ ਜਾ ਰਹੇ ਆ। ਕਿਸਾਨ ਜਥੇਬੰਦੀਆਂ ਵੱਲੋਂ ਅੱਜ ਦਾ ਪ੍ਰੋਟੈਸਟ ਰੱਖਿਆ ਗਿਆ ਸੀ ਅੰਮ੍ਰਿਤਸਰ ਦੇ ਵਿੱਚ। ਅੰਮ੍ਰਿਤਸਰ ਰੇਲਵੇ ਸਟੇਸ਼ਨ ਦੀਆਂ ਇਹ ਤਸਵੀਰਾਂ ਤੁਸੀਂ ਵੇਖ ਰਹੇ ਹੋ। ਪਿੱਛੇ ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਤੋਂ ਇੱਕ ਕਾਫਲਾ ਚੱਲਿਆ ਹੈਗਾ ਵਾ ਤੇ ਇਸ ਟਾਈਮ ਸ਼ਵੇਤ ਮਲਿਕ ਜਿਹੜੇ ਕਿ ਭਾਜਪਾ ਦੇ ਰਾਜ ਸਭਾ ਦੇ ਮੈਂਬਰ ਆ, ਉਹਨਾਂ ਦੇ ਘਰ ਦਾ ਘਿਰਾਓ ਕਰਨ ਵਾਸਤੇ ਇਹ ਕਾਫਲਾ ਉਹਨਾਂ ਦੇ ਘਰ ਵੱਲ ਨੂੰ ਰਵਾਨਾ ਹੋ ਚੁੱਕਾ ਵਾ। ਸ਼ਵੇਤ ਮਲਿਕ ਦੀ ਕੋਠੀ ਦਾ ਘਿਰਾਓ ਕਰਨਾ ਤੇ ਆਵਾਜ਼ ਬੁਲੰਦ ਕਰਨ ਵਾਸਤੇ ਕਿਸਾਨ ਜਥੇਬੰਦੀਆਂ ਪੂਰੇ ਰੋਹ ਦੇ ਵਿੱਚ ਆ। ਕੁਝ ਦਿਨਾਂ ਤੋਂ ਜਿਵੇਂ ਕਿ ਪਿੰਡ ਦੇਵੀਦਾਸਪੁਰ ਵਿੱਚ ਇੱਕ ਵੱਡਾ ਪ੍ਰੋਟੈਸਟ ਹੋ ਰਿਹਾ ਵਾ, ਟ੍ਰੇਨਾਂ ਰੋਕੀਆਂ ਗਈਆਂ ਵਾ ਤੇ ਅੱਜ ਦਾ ਜਿਹੜਾ ਹੈ ਕਿ ਰੇਲਵੇ ਸਟੇਸ਼ਨ ਅੰਮ੍ਰਿਤਸਰ ਤੋਂ ਇਹ ਕਾਫਲਾ ਚੱਲ ਕੇ ਸ਼ਵੇਤ ਮਲਿਕ ਦੇ ਘਰ ਦਾ ਘਿਰਾਓ ਕਰਨ ਵਾਸਤੇ ਚਾਲੇ ਪਾ ਚੁੱਕਾ ਵਾ। ਇਸ ਟਾਈਮ ਤਸਵੀਰਾਂ ਜਿਹੜੀਆਂ ਕਿ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੋਂ ਤੁਸੀਂ ਵੇਖ ਰਹੇ ਹੋ। ਖੇਤੀ ਆਰਡੀਨੈਂਸ ਕਾਨੂੰਨ ਜਿਹੜਾ ਕਿ ਪਾਸ ਹੋ ਚੁੱਕਾ ਵਾ, ਉਹਨੂੰ ਰੱਦ ਕਰਾਉਣ ਵਾਸਤੇ ਪੂਰਾ ਜ਼ੋਰ ਲਾਇਆ ਜਾ ਰਿਹਾ। ਕਿਸਾਨ ਜਥੇਬੰਦੀਆਂ ਰੋਹ ਦੇ ਵਿੱਚ ਆ, ਵਿਦਰੋਹ ਭਖਦਾ ਹੋਇਆ ਦਿਖਾਈ ਦੇ ਰਿਹਾ ਪੰਜਾਬ ਦੀਆਂ ਵੱਖੋ ਵੱਖਰੀਆਂ ਲੋਕੇਸ਼ਨਾਂ 'ਤੇ। ਅੱਜ ਜੇ ਸਵੇਰ ਦੀ ਗੱਲ ਕਰਦੇ ਹਾਂ ਤਾਂ ਸੁਖਬੀਰ ਸਿੰਘ ਬਾਦਲ ਦਾ ਇੱਕ ਵੱਡਾ ਕਾਫਲਾ ਇੱਥੋਂ ਚੱਲਿਆ ਸੀ, ਜਿਹੜਾ ਕਿ ਅੰਮ੍ਰਿਤਸਰ ਭੰਡਾਰੀਪੁਰ ਤੋਂ ਰਵਾਨਗੀ ਹੋਈ ਸੀ ਤੇ ਉਹਨੇ ਚੰਡੀਗੜ੍ਹ ਜਾ ਕੇ ਆਪਣਾ ਮੰਗ ਪੱਤਰ ਦੇਣਾ ਸੀ ਗਵਰਨਰ ਨੂੰ। ਜੇ ਹੁਣ ਦੀ ਗੱਲ ਕਰਦੇ ਹਾਂ, ਦੁਪਹਿਰ ਦਾ ਸਮਾਂ ਹੋ ਚੁੱਕਾ ਵਾ। ਅੰਮ੍ਰਿਤਸਰ ਤੋਂ ਇਹ ਕਿਸਾਨ ਭਰਾ ਜਿਹੜੇ ਕਿ ਇਸ ਟਾਈਮ ਤੇ ਚਾਲੇ ਪਾ ਚੁੱਕੇ ਆ ਸ਼ਵੇਤ ਮਲਿਕ ਦੀ ਕੋਠੀ ਵਾਲੇ ਪਾਸੇ ਨੂੰ। ਸ਼ਵੇਤ ਮਲਿਕ ਦੀ ਕੋਠੀ ਦਾ ਘਿਰਾਓ ਕਰਕੇ ਇੱਕ ਆਪਣੀ ਆਵਾਜ਼ ਬੁਲੰਦ ਕੀਤੀ ਜਾਊਗੀ ਕਿ ਇਹ ਜਿਹੜਾ ਕਾਨੂੰਨ ਪਾਸ ਕੀਤਾ, ਜਿਹੜਾ ਕਾਲਾ ਕਾਨੂੰਨ ਦੱਸਿਆ ਜਾ ਰਿਹਾ ਵਾ, ਇਸ ਕਾਨੂੰਨ ਨੂੰ ਰੱਦ ਕਰਾਉਣ ਵਾਸਤੇ ਪੂਰੀ ਟਿੱਲ ਲਾਈ ਹੈਗੀ ਆ ਕਿਸਾਨ ਜਥੇਬੰਦੀਆਂ। 31 ਕਿਸਾਨ ਜਥੇਬੰਦੀਆਂ ਦੇ ਨਾਲ, ਜਿੱਥੇ ਕਿ ਵੱਖੋ ਵੱਖਰੀਆਂ ਜਥੇਬੰਦੀਆਂ ਵੀ ਅੱਗੇ ਆ ਚੁੱਕੀਆਂ ਵਾ। ਸਿਆਸੀ ਜਮਾਤ ਦੀ ਗੱਲ ਕਰਦੇ ਤਾਂ ਕਾਂਗਰਸ ਪਹਿਲਾਂ ਹੀ ਸਪੋਰਟ ਤੇ ਸੀ ਤੇ ਅਕਾਲੀ ਦਲ ਨੇ ਵੀ ਆਪਣੀ ਸਪੋਰਟ ਕਿਹਾ ਹੈਗਾ ਕਿ ਮੈਂ ਅਕਾਲੀ ਦਲ ਵੀ ਇਹਨਾਂ ਦੀ ਸਪੋਰਟ ਕਰਦਾ ਵਾ। ਅਕਾਲੀ ਦਲ ਵੱਲੋਂ ਇੱਕ ਵੱਡਾ ਕਾਫਲਾ ਅੱਜ ਇੱਥੋਂ ਚੱਲਿਆ ਵਾ ਜਿਹੜਾ ਚੰਡੀਗੜ੍ਹ ਵਾਸਤੇ। ਪਰ ਜਥੇਬੰਦੀਆਂ ਕਈ ਦਿਨ ਤੋਂ ਜਿਹੜੀਆਂ ਕਿ ਪਿੰਡ ਦੇਵੀਦਾਸਪੁਰ ਦੇ ਵਿੱਚ ਬੈਠੀਆਂ ਹੈਗੀਆਂ ਵਾ ਤੇ ਅੱਜ ਅੰਮ੍ਰਿਤਸਰ ਰੇਲਵੇ ਸਟੇਸ਼ਨ ਦੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ। ਅੰਮ੍ਰਿਤਸਰ ਰੇਲਵੇ ਸਟੇਸ਼ਨ ਤੋਂ ਚੱਲ ਕੇ ਸ਼ਵੇਤ ਮਲਿਕ ਦੀ ਕੋਠੀ ਦਾ ਘਿਰਾਓ ਕਰਨ ਵਾਸਤੇ ਚਾਲੇ ਪਾ ਦਿੱਤੇ ਗਏ ਆ। ਥੋੜੀ ਦੇਰ ਤੱਕ ਸ਼ਵੇਤ ਮਲਿਕ ਦੀ ਕੋਠੀ ਤੱਕ ਪਹੁੰਚ ਜਾਣਗੇ। ਇੱਕ ਆਵਾਜ਼ ਬੁਲੰਦ ਕਰਨ ਵਾਸਤੇ ਕਿਸਾਨ ਜਥੇਬੰਦੀਆਂ ਵੱਲੋਂ ਵੱਖੋ ਵੱਖਰੇ ਤੌਰ ਤੇ ਪ੍ਰੋਟੈਸਟ ਕੀਤੇ ਜਾ ਰਹੇ ਆ। ਪਿੰਡ ਦੇਵੀਦਾਸਪੁਰ ਦੀ ਗੱਲ ਕਰਦੇ ਆ, ਉਹ ਤੋਂ ਥੋੜਾ ਅੱਗੇ ਚੱਲੀਏ ਤੇ ਬਿਆਸ, ਹਰ ਇੱਕ ਲੋਕੇਸ਼ਨ ਦੇ ਉੱਤੇ ਕਿਸਾਨਾਂ ਵੱਲੋਂ ਇੱਕ ਵੱਡਾ ਪ੍ਰੋਟੈਸਟ ਕੀਤਾ ਜਾ ਰਿਹਾ। ਤੇ ਹੁਣ ਅੱਜ ਜਿਹੜਾ ਕਿ ਅੰਮ੍ਰਿਤਸਰ ਰੇਲਵੇ ਸਟੇਸ਼ਨ ਦੀਆਂ ਜਿਹੜੀਆਂ ਤਸਵੀਰਾਂ ਦੇਖ ਰਹੇ ਹੋ, ਅੰਮ੍ਰਿਤਸਰ ਰੇਲਵੇ ਸਟੇਸ਼ਨ ਤੋਂ ਚਾਲੇ ਪਾ ਚੁੱਕੇ ਆ ਕਿਸਾਨ ਜਥੇਬੰਦੀਆਂ, ਚਾਲੇ ਪਾ ਚੁੱਕੀਆਂ ਵਾ ਤੇ ਬਹੁਤ ਵੱਡਾ ਕਾਫਲਾ ਜਿਹੜਾ ਕਿ ਇਸ ਟਾਈਮ ਦੇ ਉੱਤੇ ਉਹਨਾਂ ਦੇ ਨਾਲ ਆ। ਤੇ ਜੇ ਦੂਜੇ ਪਾਸੇ ਕਲਾਕਾਰਾਂ ਦੀ ਗੱਲ ਕਰਦੇ ਤਾਂ ਕਲਾਕਾਰ ਭਾਈਚਾਰਾ ਜਿਹੜਾ ਹੈਗਾ ਵਾ ਇਸ ਟਾਈਮ ਕਿਸਾਨਾਂ ਦੇ ਨਾਲ ਸੰਘਰਸ਼ ਕਰ ਰਿਹਾ, ਬਿਗਲ ਵਜਾ ਚੁੱਕੇ ਆ। ਇੱਕ ਮੀਟਿੰਗ ਹੁੰਦੀ ਆ ਚੰਡੀਗੜ੍ਹ ਦੇ ਵਿੱਚ, ਜਿਹਦੇ ਵਿੱਚ ਇੱਕ ਮਤਾ ਪਾਇਆ ਜਾਂਦਾ, ਜਿਹਦੇ ਵਿੱਚ 7 ਕਿਸਾਨ ਜਥੇਬੰਦੀਆਂ ਦੇ ਨੁਮਾਇੰਦੇ ਤੇ 7 ਕਲਾਕਾਰ ਅੱਗੇ ਆਣ ਕੇ ਅਗਲੇ ਦੀ ਰਣਨੀਤੀ ਉਡੀਕਣਗੇ। ਤੇ ਇੱਕ ਵੱਡਾ ਪ੍ਰੋਟੈਸਟ ਕੀਤਾ ਗਿਆ ਸੀ ਬਟਾਲੇ ਦੀ ਧਰਤੀ ਦੇ ਵਿੱਚ, ਜਿੱਥੇ ਯੰਗ ਪੀੜ੍ਹੀ ਅੱਗੇ ਆਈ ਸੀ। ਤੇ ਹੁਣ ਦੀਆਂ ਜੋ ਤਸਵੀਰਾਂ ਵੇਖ ਰਹੇ ਆ, ਇਹਦੇ ਵਿੱਚ ਨੌਜਵਾਨ ਬਜ਼ੁਰਗ ਬਹੁਤ ਭਾਰੀ ਤਾਦਾਦ ਦੇ ਵਿੱਚ ਇੱਥੋਂ ਚਾਲੇ ਪਾ ਚੁੱਕੇ ਆ
ਜਿਹੜਾ ਕਿ ਸ਼ਵੇਤ ਮਲਿਕ ਦੀ ਕੋਠੀ ਵਾਲੇ ਪਾਸੇ ਨੂੰ। ਆਓ ਚੱਲਦੇ ਹਾਂ ਅੱਗੇ ਤੇ ਹੋਰ ਤਸਵੀਰਾਂ ਵੇਖਦੇ ਹਾਂ, ਕਿਉਂਕਿ ਇਕੱਠ ਬਹੁਤ ਵੱਡਾ ਹੋ ਚੁੱਕਾ ਵਾ ਇਸ ਟਾਈਮ ਦੇ ਉੱਤੇ। ਕੇਂਦਰ ਸਰਕਾਰ ਦੇ ਕੰਨਾਂ ਤੱਕ ਆਵਾਜ਼ ਪਹੁੰਚਦੀ ਆ ਜਾਂ ਕਦੋਂ ਪਹੁੰਚਦੀ ਆ ਇਹ ਤੇ ਆਉਣਾ ਸਮਾਂ ਦੱਸੂਗਾ, ਪਰ ਜੋ ਕਿਸਾਨ ਰੋਹ ਦੇ ਵਿੱਚ ਆ, ਕਿਸਾਨ ਰੋਹ ਜਿਹੜਾ ਉਹ ਰੋਜ਼ ਦੀ ਰੋਜ਼ ਪ੍ਰਚੰਡ ਹੋ ਰਿਹਾ। ਕਿਸਾਨ ਜਥੇਬੰਦੀਆਂ ਦੇ ਨੁਮਾਇੰਦੇ ਲਗਾਤਾਰ ਰੋਹ ਦੇ ਵਿੱਚ ਆ, ਵਿਦਰੋਹ ਕਰ ਰਹੇ ਆ। ਜੇ ਆਪਾਂ ਦੇਵੀਦਾਸਪੁਰ ਪਿੰਡ ਦੀ ਗੱਲ ਕਰਦੇ ਹਾਂ, ਦੇਵੀਦਾਸਪੁਰਾ ਵਿੱਚ ਵੱਡਾ ਵਿਦਰੋਹ ਚੱਲ ਰਿਹਾ ਵਾ। ਉੱਥੇ ਲਗਾਤਾਰ ਕਈ ਦਿਨ ਤੋਂ ਟ੍ਰੇਨਾਂ ਰੋਕੀਆਂ ਵਾ। ਅੰਮ੍ਰਿਤਸਰ ਦੀ ਲੋਕੇਸ਼ਨ ਇਸ ਟਾਈਮ ਤੇ ਅੰਮ੍ਰਿਤਸਰ ਦੀਆਂ ਤਸਵੀਰਾਂ ਵੇਖ ਸਕਦੇ ਆ। ਰੇਲਵੇ ਸਟੇਸ਼ਨ ਤੋਂ ਚੱਲਿਆ ਹੋਇਆ ਕਾਫਲਾ ਜਿਹੜਾ ਕਿ ਇਸ ਟਾਈਮ ਸ਼ਵੇਤ ਮਲਿਕ ਦੀ ਕੋਠੀ ਦੇ ਸਾਹਮਣੇ, ਭਾਜਪਾ ਨੇਤਾ ਸ਼ਵੇਤ ਮਲਿਕ ਦੀ ਕੋਠੀ ਦੇ ਸਾਹਮਣੇ ਪਹੁੰਚ ਚੁੱਕਾ ਹੈ। ਤਸਵੀਰਾਂ ਤੁਸੀਂ ਵੇਖ ਰਹੇ ਹੋ ਸ਼ਵੇਤ ਮਲਿਕ ਦੀ ਕੋਠੀ ਦੀਆਂ ਤਸਵੀਰਾਂ। ਉਹਦਾ ਘਿਰਾਓ ਕਰਨ ਵਾਸਤੇ ਜਿਹੜੀਆਂ ਕਿ ਕਿਸਾਨ ਜਥੇਬੰਦੀਆਂ ਇਸ ਟਾਈਮ ਪਹੁੰਚੀਆਂ ਵਾ। ਤਸਵੀਰਾਂ ਤੁਸੀਂ ਅੰਮ੍ਰਿਤਸਰ ਤੋਂ ਦੇਖ ਰਹੇ ਹੋ, ਅਕਾਲ ਚੈਨਲ ਦੇ ਮਾਧਿਅਮ ਨਾਲ ਅੰਮ੍ਰਿਤਸਰ ਤੋਂ ਜੁੜੇ ਆ। ਇਸ ਟਾਈਮ ਦੇ ਉੱਤੇ ਸ਼ਵੇਤ ਮਲਿਕ ਦੀ ਕੋਠੀ ਦਾ ਘਿਰਾਓ ਕਰਨ ਦਾ ਟਾਈਮ ਦਿੱਤਾ ਗਿਆ ਸੀ ਸਿੱਖ ਜਥੇਬੰਦੀਆਂ ਵੱਲੋਂ। ਇੱਕ ਰੋਹ ਆ ਇੱਕ ਉਹਨਾਂ ਦੇ ਵਿੱਚ ਕਿ ਇਹ ਜਿਹੜਾ ਕਾਲਾ ਕਾਨੂੰਨ ਬਣਿਆ, ਕਾਲੇ ਕਾਨੂੰਨ ਨੂੰ ਵਾਪਸ ਲਓ। ਭਾਜਪਾ ਨੇਤਾ ਦੇ ਘਰ ਦਾ ਘਿਰਾਓ ਕਰਨ ਵਾਸਤੇ ਪਹੁੰਚੀਆਂ ਹੈਗੀਆਂ। ਭਾਰੀ ਸੁਰੱਖਿਆ ਫੋਰਸ ਉਹਨਾਂ ਦੇ ਘਰ ਦੇ ਬਾਹਰ ਲੱਗੀ ਹੈਗੀ ਆ। ਤਸਵੀਰਾਂ ਵੇਖ ਸਕਦੇ ਆ ਕਿ ਬਹੁਤ ਭਾਰੀ ਸੁਰੱਖਿਆ ਫੋਰਸ ਸ਼ਵੇਤ ਮਲਿਕ ਦੇ ਘਰ ਦੇ ਬਾਹਰ ਲੱਗੀ ਹੈ। ਤੇ ਇਹ ਤਸਵੀਰਾਂ ਜਿਹੜਾ ਕਿ ਕਾਫਲਾ ਚੱਲਿਆ ਸੀ ਰੇਲਵੇ ਸਟੇਸ਼ਨ ਤੋਂ, ਉਹ ਕਾਫਲਾ ਕਿਸਾਨ ਜਥੇਬੰਦੀਆਂ ਦਾ ਬਿਲਕੁਲ ਉਹਨਾਂ ਦੇ ਘਰ ਦੇ ਸਾਹਮਣੇ ਪਹੁੰਚ ਚੁੱਕਾ ਵਾ। ਪ੍ਰਸ਼ਾਸਨ ਬਹੁਤ ਭਾਰੀ ਤਾਦਾਦ ਦੇ ਘਰ ਦੇ ਲੱਗਾ। ਕਿਸਾਨ ਜਥੇਬੰਦੀਆਂ ਦਾ ਜਿਹੜਾ ਕਾਫਲਾ ਵਾ ਬਿਲਕੁਲ ਸ਼ਵੇਤ ਮਲਿਕ ਦੀ ਕੋਠੀ ਸਾਹਮਣੇ ਪਹੁੰਚ ਚੁੱਕਾ ਵਾ। ਕਿਸਾਨ ਜਥੇਬੰਦੀ ਦੇ ਆਗੂ ਸਾਡੇ ਨਾਲ, ਆਪਾਂ ਕੁਝ ਗੱਲਬਾਤ ਕਰਦੇ ਹਾਂ। ਵੀਰ ਜੀ ਕੀ ਸ਼ੁਭ ਨਾਮ? ਮੈਂ ਜਤਿੰਦਰ ਸਿੰਘ ਸ਼ੀਨਾ, ਸੂਬਾ ਪ੍ਰੈਸ ਸਕੱਤਰ, ਕਿਰਤੀ ਕਿਸਾਨ ਯੂਨੀਅਨ। ਅੱਜ ਦਾ ਘਿਰਾਓ ਜਿਹੜਾ ਕੀਤਾ ਜਾ ਰਿਹਾ ਹੈਗਾ ਸ਼ਵੇਤ ਮਲਿਕ ਦਾ, ਵੱਖੋ ਵੱਖਰੇ ਲੋਕੇਸ਼ਨਾਂ ਤੇ ਕਿਸਾਨ ਜਥੇਬੰਦੀਆਂ ਵੱਲੋਂ ਵੱਡੇ ਪ੍ਰੋਟੈਸਟ ਕੀਤੇ ਜਾ ਰਹੇ ਆ, ਪਰ ਅਜੇ ਤੱਕ ਸਰਕਾਰ ਦੇ ਕੰਨਾਂ ਤੱਕ ਜੂੰ ਨਹੀਂ ਸਰਕ ਰਹੀ। ਸਰਕਾਰ ਸਾਡੇ ਅੰਦੋਲਨ ਤੋਂ ਹਿੱਲੀ ਪਈ ਆ। ਸਾਰੀ ਸਿਆਸਤ ਦੇਸ਼ ਦੀ ਕਿਸਾਨਾਂ ਨੇ ਹਿਲਾ ਕੇ ਰੱਖ ਦਿੱਤੀ ਹੈ। ਇਸ ਗੱਲ 'ਚ ਕੋਈ ਦੋ ਰਾਇ ਨਹੀਂ ਹੈਗੀਆਂ। ਪੰਜਾਬ ਦੇ ਅੰਦਰ ਵੱਡੀਆਂ ਸਿਆਸੀ ਤਬਦੀਲੀਆਂ ਅਕਾਲੀ ਦਲ 'ਚ ਹੋਈਆਂ ਨੇ, ਕਾਂਗਰਸ 'ਚ ਹੋਈਆਂ ਨੇ। ਕਿਸਾਨਾਂ ਨੇ ਬੀਜੇਪੀ ਦੀ ਜਿਹੜੀ ਹਰਿਆਣੇ ਦੀ ਸਰਕਾਰ ਆ ਉਹਨੂੰ ਡੇਗਣ ਦਾ ਜਿਹੜਾ ਉਹ ਪ੍ਰਬੰਧ ਕਰ ਦਿੱਤਾ। ਬੀਜੇਪੀ ਦੀ ਹਰਿਆਣੇ ਦੀ ਸਰਕਾਰ ਕਿਸੇ ਵੇਲੇ ਵੀ ਡਿੱਗ ਸਕਦੀ ਆ। ਮੋਦੀ ਨੇ, ਬੀਜੇਪੀ ਨੇ ਅੱਜ ਦੇ ਪੇਪਰਾਂ ਦੇ ਵਿੱਚ ਆ ਵੀ 8 ਮੈਂਬਰੀ ਕਮੇਟੀ ਬਣਾ ਦਿੱਤੀ ਆ ਜਿਹੜੀ ਪੰਜਾਬ ਦੇ ਕਿਸਾਨਾਂ ਨਾਲ ਗੱਲਬਾਤ ਕਰਕੇ ਇਹ ਮਾਮਲਾ ਹੱਲ ਕਰੂਗਾ। ਸਰਕਾਰ ਦੀ ਇਹ ਨਹੀਂ ਗੱਲ ਵੀ ਸਰਕਾਰ ਦੇ ਕੰਨ ਤੇ ਜੂੰ ਨਹੀਂ ਸਰਕੀ। ਅੱਜ ਸਰਕਾਰ ਹੀ ਨਹੀਂ, ਸਾਰੇ ਕੰਪਨੀਆਂ, ਵੱਡੇ ਘਰਾਣੇ, ਅੰਬਾਨੀ ਡਾਨੀ ਜਿਹੜੇ ਆ ਉਹ ਕਿਸਾਨਾਂ ਦੇ ਠਾਠਾ ਮਾਰਦੇ ਜਿਹੜਾ ਅੰਦੋਲਨ ਆ ਉਹਦੇ ਤੋਂ ਕੰਬ ਰਹੇ ਨੇ। ਅਕਾਲੀ ਦਲ ਤੁਸੀਂ ਗੱਲ ਕੀਤੀ ਆ, ਅਕਾਲੀ ਦਲ ਨੇ ਯੂ ਟਰਨ ਲੈ ਕੇ ਕਹਿ ਰਿਹਾ ਕਿਸਾਨਾਂ ਦੇ ਹੱਕ ਵਿੱਚ। ਅੱਜ ਸਵੇਰੇ ਇੱਕ ਵੱਡਾ ਕਾਫਲਾ ਲੈ ਕੇ ਉਹ ਚੰਡੀਗੜ੍ਹ ਨੂੰ ਕੂਚ ਕੀਤਾ ਸੀ, ਉਹਦੇ ਬਾਰੇ ਕੀ ਕਹਿਣਾ ਚਾਹੋਗੇ? ਅਕਾਲੀ ਦਲ ਨੇ ਇਹ ਕਿਸਾਨਾਂ ਨੂੰ ਇੱਕ ਵਿਖਾਵਾ ਕੀਤਾ, ਅਸਤੀਫਾ ਦੇ ਕੇ, ਨਾਤਾ ਤੋੜ ਕੇ। ਪਰ ਜੋ ਕਾਰਵਾਈਆਂ ਕਰ ਰਿਹਾ ਅਕਾਲੀ ਦਲ ਉਹ ਕਿਸਾਨ ਅੰਦੋਲਨ ਨੂੰ ਕਮਜ਼ੋਰ ਕਰਨ ਦੀਆਂ ਕਾਰਵਾਈਆਂ ਕਰ ਰਿਹਾ। ਇਹਦਾ ਮਤਲਬ ਹੈ ਅਕਾਲੀ ਦਲ ਦੀ ਤੇ ਬੀਜੇਪੀ ਦੀ ਜਿਹੜੀ ਅੰਦਰ ਖਾਤੇ ਇੱਕ ਗੁਪਤ ਸਾਜ਼ਿਸ਼ ਆ ਵੀ ਕਿਸਾਨ ਅੰਦੋਲਨ ਨੂੰ ਜਿਹੜਾ ਉਹ ਪਾੜ ਦਿੱਤਾ ਜਾਵੇ, ਕਿਸਾਨ ਅੰਦੋਲਨ ਨੂੰ ਖੰਡਾ ਦਿੱਤਾ ਜਾਵੇ। ਅਕਾਲੀ ਦਲ ਜਿਹੜਾ ਸਿਰਫ ਵੋਟਾਂ ਦੀ ਖਾਤਰ ਇਹ ਜਿਹੜਾ ਅੰਦੋਲਨ ਕਰ ਰਿਹਾ, ਨਾਲ ਦੀ ਨਾਲ ਉਹ ਇਸ ਅੰਦੋਲਨ ਨੂੰ ਖੰਡਾਉਣ ਲਈ ਜਿਹੜਾ ਅੰਦੋਲਨ ਕਰ ਰਿਹਾ। ਵਿਕਰਮਜੀਤ ਸਿੰਘ ਮਜੀਠੀਆ ਪ੍ਰੈਸ ਕਾਨਫਰੰਸ ਕਰਦੇ ਆ, ਉਹ ਕਹਿ ਰਹੇ ਕਿ ਕਾਂਗਰਸ ਤੇ ਉੱਪਰ ਵਾਲੀ ਕੇਂਦਰ ਜਿਹੜੀ ਸਰਕਾਰ ਹੈ ਉਹ ਰਲੀ ਹੋਈ ਆ। ਤੁਸੀਂ ਕਹਿ ਰਹੇ ਅਕਾਲੀ ਭਾਜਪਾ ਰਲੇ ਹੋਏ ਆ, ਕੌਣ ਲੱਗਦਾ ਕੌਣ ਰਲਿਆ ਇਸ ਟਾਈਮ? ਸਾਰੇ ਹੀ ਰਲੇ ਹੋਏ ਨੇ। ਇਹ ਨਿੱਜੀਕਰਨ ਦੀਆਂ ਨੀਤੀਆਂ ਦੀ ਚੋਂ ਨਿਕਲੀ ਹੋਈ ਨੀਤੀ ਆ ਵੀ ਕਿਸਾਨਾਂ ਦੇ ਅਨਾਜ, ਕਿਸਾਨਾਂ ਦਾ ਸਾਰਾ ਮੰਡੀਕਰਨ ਜਿਹੜਾ ਉਹਨੂੰ ਪ੍ਰਾਈਵੇਟ ਕਰ ਦੇਣਾ। ਇਹ ਨਿੱਜੀਕਰਨ ਦੀ ਨੀਤੀ ਚੋਂ ਨਿਕਲਿਆ। ਨਿੱਜੀਕਰਨ ਦੀ ਨੀਤੀ ਨਰਸਿਮਹਾ ਰਾਓ ਦੀ ਸਰਕਾਰ ਜਿਹੜੀ ਆ ਉਹ ਲੈ ਕੇ ਆਈ ਸੀ। ਉਸ ਵੇਲੇ ਸਰਦਾਰ ਮਨਮੋਹਨ ਸਿੰਘ ਜੀ ਹੁਣਾਂ ਨੂੰ ਵਿੱਤ ਮੰਤਰੀ ਲਾਇਆ ਗਿਆ ਸੀ, ਹਾਲਾਂਕਿ ਉਹ ਕਾਂਗਰਸ ਦਾ ਕੋਈ ਮੈਂਬਰ ਨਹੀਂ ਸੀ। ਇਹ ਵਰਲਡ ਬੈਂਕ ਦੀਆਂ, ਸਾਮਰਾਜੀ ਦੇਸ਼ਾਂ ਦੀਆਂ ਵੱਡੀਆਂ ਕੰਪਨੀਆਂ ਦੀਆਂ ਨਿਰਦੇਸ਼ਿਤ ਨੀਤੀਆਂ ਨੇ। ਉਹ ਨੀਤੀਆਂ ਕਾਂਗਰਸ ਨੇ ਡਟ ਕੇ ਲਾਗੂ ਕੀਤੀਆਂ ਨੇ,
ਭਾਜਪਾ ਦੀ ਅਟਲ ਬਿਹਾਰੀ ਵਾਜਪਾਈ ਦੀ 6 ਸਾਲ ਦੀ ਸਰਕਾਰ ਨੇ ਉਹ ਨੀਤੀਆਂ ਡਟ ਕੇ ਲਾਗੂ ਕੀਤੀਆਂ ਔਰ ਇਹ ਮੋਦੀ ਦੀ ਸਰਕਾਰ ਜਿਹੜੀ ਆ ਉਹਨਾਂ ਨੀਤੀਆਂ ਦੇ ਉੱਤੇ ਚੱਲਦੀ ਹੋਈ ਵਿਸ਼ਵ ਵਪਾਰ ਸੰਸਥਾ ਦੀਆਂ ਧਾਰਾਵਾਂ ਦੇ ਅਨੁਸਾਰ ਇਹ ਜਿਹੜਾ ਸਾਡੇ ਦੇਸ਼ ਦਾ ਜਿਹੜਾ ਅਨਾਜ ਦਾ ਕਾਰੋਬਾਰ ਆ, ਵਣਜ ਵਪਾਰ ਆ, ਉਹ ਵੱਡੀਆਂ ਕੰਪਨੀਆਂ ਦੇ ਹੱਥ 'ਚ ਦੇ ਰਿਹਾ ਔਰ ਪੰਜਾਬ ਨੂੰ, ਸਾਰੇ ਦੇਸ਼ ਦੇ ਕਿਸਾਨਾਂ, ਮਜ਼ਦੂਰਾਂ, ਦੁਕਾਨਦਾਰਾਂ ਨੂੰ ਸਭ ਨੂੰ ਉਜਾੜਨ ਦੇ ਰਾਹ ਤੇ ਤੁਰੀ ਹੋਈ ਆ ਮੋਦੀ ਸਰਕਾਰ। ਅਕਾਲੀ ਦਲ ਦੀ ਗੱਲ ਹੋ ਗਈ ਆ, ਕੈਪਟਨ ਸਾਹਿਬ ਕਹਿ ਰਹੇ ਕਿ ਮੈਂ ਵੀ 4 ਤਰੀਕ ਨੂੰ ਕਿਸਾਨਾਂ ਦੇ ਨਾਲ ਆ ਰਿਹਾ ਤੇ ਨਾਲ ਚੱਲ ਕੇ ਸ਼ੰਭੂ ਬਾਰਡਰ ਤੋਂ ਅਸੀਂ ਦਿੱਲੀ ਨੂੰ ਕੂਚ ਕਰਾਂਗੇ। ਤੁਹਾਨੂੰ ਕੀ ਲੱਗਦਾ ਇਹ ਰਾਜਨੀਤੀ? ਬਿਲਕੁਲ ਇਹ ਸਾਰੇ ਦਾ ਸਾਰਾ ਵੋਟਾਂ ਲੈਣ ਦੀਆਂ ਸਾਜ਼ਿਸ਼ਾਂ ਨੇ। ਇਹ ਰਾਜਨੀਤੀ ਆ, ਅੰਦੋਲਨ ਕਿਸਾਨਾਂ ਦਾ ਹੈ। ਜੇ ਪਾਰਟੀਆਂ ਕਿਸਾਨਾਂ ਦੀਆਂ ਹਮਦਰਦੀਆਂ ਦੇ ਕਿਸਾਨਾਂ ਦੇ ਅੰਦੋਲਨ 'ਚ ਆਣ ਕੇ ਬੈਠਣ, ਬਿਨਾਂ ਆਪਣੇ ਝੰਡੇ ਤੇ ਮਾਟੋ ਤੇ ਬੈਨਰ ਤੋਂ ਬੈਠਣ, ਕਿਸਾਨ ਅੰਦੋਲਨ ਦੀ ਹਮਾਇਤ ਕਰਨ, ਕਿਸਾਨ ਅੰਦੋਲਨ ਤੈਅ ਕਰੂਗਾ ਵੀ ਇਹਦੇ ਕੀ ਫੈਸਲੇ ਕਰਨੇ। ਵੱਡਾ ਸੰਘਰਸ਼ ਤੁਹਾਡੇ ਵੱਲੋਂ ਰੰਭਿਆ ਗਿਆ ਹੈਗਾ ਵਾ, ਥਾਂ ਥਾਂ ਤੇ ਬੰਦ ਕੀਤਾ ਗਿਆ ਵਾ ਇਸ ਟਾਈਮ ਤੇ ਕਲਾਕਾਰ ਭਰਾ ਜੀ ਵੀ ਤੁਹਾਡੀ ਸਪੋਰਟ ਦੇ ਉੱਤੇ ਆਏ ਆ, ਉਹਦੇ ਬਾਰੇ ਕੀ ਕਹੋਗੇ? ਸਭ ਨੂੰ ਜੀ ਆਇਆਂ ਜੀ, ਜਿਹੜਾ ਵੀ ਇਸ ਅੰਦੋਲਨ ਦੀ ਸਪੋਰਟ ਤੇ ਆ ਰਿਹਾ। ਇਹ ਅੰਦੋਲਨ ਹੀ ਐਡਾ ਵੱਡਾ ਵੀ ਸਭ ਨੂੰ ਖਿੱਚ ਕੇ ਅੰਦੋਲਨ ਦੇ ਵਿੱਚ ਸ਼ਾਮਲ ਕਰ ਰਿਹਾ ਔਰ ਜੋ ਵੀ ਆ ਰਹੇ ਨੇ, ਜੋ ਵੀ ਸ਼ਾਮਲ ਹੋ ਰਹੇ ਨੇ, ਕਲਾਕਾਰ, ਬੁੱਧੀਜੀਵੀ, ਲੇਖਕ, ਦੁਕਾਨਦਾਰ ਭਰਾਵਾਂ ਨੇ 25 ਸਤੰਬਰ ਨੂੰ ਐਡਾ ਵੱਡਾ ਸਾਰੇ ਭਾਰਤ ਵਿੱਚ ਜਿਹੜਾ ਉਹ ਹੰਗਾਰਾ ਦਿੱਤਾ। ਸਾਰਿਆਂ ਨੂੰ ਜੀ ਆਇਆਂ। ਅਸੀਂ ਸਭ ਨੂੰ ਸੱਦਾ ਦਿੰਦੇ ਹਾਂ ਵੀ ਇਹ ਅੰਦੋਲਨ 'ਚ ਜਿਹੜਾ ਸ਼ਾਮਲ ਹੋਈਏ ਤੇ ਕੰਪਨੀਆਂ ਦੇ ਜਿਹੜੇ ਏਜੰਡੇ ਨੇ ਸਾਡੇ ਦੇਸ਼ ਦੇ ਅੰਦਰ ਨਿੱਜੀਕਰਨ ਦੇ, ਸਾਰੇ ਕੁਝ ਨੂੰ ਪ੍ਰਾਈਵੇਟ ਕਰਨ ਦੇ, ਉਹਨਾਂ ਸਾਰੇ ਕੁਝ ਨੂੰ ਜਿਹੜਾ ਉਹ ਮੋੜਾ ਦਿੱਤਾ ਜਾਵੇ। ਧੰਨਵਾਦ ਜਤਿੰਦਰ ਸਿੰਘ ਜੀ। 25 ਤਰੀਕ ਦੇ ਬੰਦ ਤੁਸੀਂ ਵੇਖ ਹੀ ਚੁੱਕੇ ਹੋ, ਅਕਾਲ ਚੈਨਲ ਦੇ ਮਾਧਿਅਮ ਰਾਹੀਂ ਵੱਖੋ ਵੱਖਰੇ ਥਾਵਾਂ ਤੋਂ ਤੁਹਾਨੂੰ ਜੁੜੇ ਸੀ। 25 ਤਰੀਕ ਨੂੰ ਬੰਦ ਦਾ ਵੱਡਾ ਬੰਦ ਹੰਗਾਰਾ ਮਿਲਿਆ ਸੀ, ਉਹਦੇ ਵਾਸਤੇ ਖੁਸ਼ੀ ਪ੍ਰਗਟ ਕੀਤੀ ਆ ਕਿਸਾਨ ਜਥੇਬੰਦੀਆਂ ਨੇ ਤੇ ਕਿਹਾ ਜਾ ਰਿਹਾ ਕਿ ਕਲਾਕਾਰ ਭਾਈਚਾਰਾ ਜਿਹੜਾ ਕਿ ਸਪੋਰਟ ਤੇ ਪਹੁੰਚ ਚੁੱਕਾ ਵਾ, ਬੜੀ ਵਧੀਆ ਗੱਲ ਆ। ਦੂਜੇ ਪਾਸੇ ਅਕਾਲੀ ਭਾਜਪਾ ਵੱਲੋਂ ਕਿਹਾ ਜਾ ਕਿ ਵੋਟ ਰਾਜਨੀਤੀ ਖੇਡੀ ਜਾ ਰਹੀ ਆ। ਇਹ ਕੇਵਲ ਵੋਟਾਂ ਦੀ ਖਾਤਰ ਹੀ, ਜੇ ਕੈਪਟਨ ਅਮਰਿੰਦਰ ਸਿੰਘ ਆਪਣੇ ਬਿਆਨ ਦਾਗ ਰਹੇ ਆ, ਕੇਵਲ ਵੋਟਾਂ ਦੀ ਖਾਤਰ ਦਾਗ ਰਹੇ ਆ। ਜੇ ਅਕਾਲੀ ਦਲ ਰੋਡ ਤੇ ਨਿਕਲਿਆ ਵਾ ਤੇ ਅੱਜ ਵਾਲਾ ਜੋ ਕਾਫਲਾ ਲੈ ਕੇ ਚੱਲੇ ਸੀ, ਉਹ ਕਿਹਾ ਜਾ ਕਿ ਕੇਵਲ ਇਹ ਸਿਆਸਤ ਹੋ ਰਹੀ ਆ, ਇਹ ਵੋਟਾਂ ਦੀ ਸਿਆਸਤ ਆ। ਤਸਵੀਰਾਂ ਵੇਖ ਸਕਦੇ ਆ, ਸਵੇਤ ਮਲਿਕ ਦੇ ਘਰ ਦੇ ਸਾਹਮਣੇ ਦੀਆਂ ਤਸਵੀਰਾਂ ਵਾ। ਕਿਸਾਨ ਜਥੇਬੰਦੀਆਂ ਦੇ ਆਗੂ ਜਿਹੜੇ ਕਿ ਰੇਲਵੇ ਸਟੇਸ਼ਨ ਤੋਂ ਚੱਲੇ ਸੀ, ਇਸ ਟਾਈਮ ਉਹਦੇ ਘਰ ਦੇ ਬੂਹਾਂ ਦੇ ਅੱਗੇ ਬੈਠ ਚੁੱਕੇ ਆ। ਇੱਥੇ ਵੀਰ ਕੁਝ ਸਮਾਵਾਂ ਵੀ ਕਰਨ ਰਹੇ ਆ ਤੇ ਆਪਾਂ ਗੱਲਬਾਤ ਵੀ ਕਰਾਂਗੇ। ਹਾਂਜੀ ਵੀਰ ਜੀ, ਕੀ ਨਾਮ ਤੁਹਾਡਾ, ਕਿਹੜੀ ਜਗ੍ਹਾ? ਮੇਰਾ ਨਾਮ ਗੁਰਪ੍ਰੀਤ ਸਿੰਘ ਹੈ ਜੀ, ਕੁੱਕੇ ਵਾਲੀ ਤੋਂ ਆਏ ਸੀ ਜੀ, ਗੁਰੂ ਕੇ ਬਾਗ ਤੋਂ। ਔਰ ਇਹ ਅਸੀਂ ਵੀ ਕਾਂਗਰਸੀ ਹਾਂ ਮੁੱਢ ਤੋਂ, ਔਰ ਸਾਡੇ ਤਾਇਆ ਜੀ ਸਰਪੰਚ ਨੇ ਖੁਦ ਮੌਜੂਦਾ। ਅਸੀਂ ਸਾਰੀ ਪਾਰਟੀਆਂ ਤੋਂ ਉੱਪਰ ਉੱਠ ਕੇ ਕੀ ਲੱਗਦੀਆਂ ਕਾਂਗਰਸ ਤੇ ਅਕਾਲੀ ਦਲ ਦੇ ਨੀਤੀਆਂ ਨੂੰ? ਸੇਮ ਆ ਜੀ, ਇਹ ਤਾਂ ਮਾਰੂ ਨੀਤੀਆਂ ਨੇ ਇਹਨਾਂ ਗਵਰਨਮੈਂਟ, ਕਿਸਾਨ ਨੂੰ ਮਾਰੂ ਨੀਤੀਆਂ ਜੀ। ਇਹ ਕਿਸਾਨ ਮਰੂਗਾ ਜੀ, ਮਰੂਗਾ ਕਿਸਾਨ ਇੱਕ ਦਿਨ, ਜੋ ਇਹਨਾਂ ਦੀਆਂ ਨੀਤੀਆਂ ਚੱਲ ਰਹੀਆਂ ਨੇ ਜੀ। ਕਿਸ ਤਰ੍ਹਾਂ ਫਿਰ ਆਉਣ ਵਾਲੇ ਸਮੇਂ 'ਚ ਕੀ ਲੱਗਦਾ ਕਿਸਾਨ ਵਾਸਤੇ ਮਾਰੂ ਨੀਤੀਆਂ ਵਾ? ਥੋੜਾ ਇਧਰਲੇ ਪਾਸੇ ਆ ਜਾਈਏ ਤੇ ਫਿਰ ਸਪੋਰਟ ਕਿਹਦੀ ਕਰਨੀ ਚਾਹੀਦੀ? ਅਸੀਂ ਕਿਸਾਨ ਦੀ ਸਪੋਰਟ ਕਰਦੇ ਆਂ ਜੀ। ਹਾਂ, ਅਸੀਂ ਆਪ ਵੋਟਾਂ ਦੀ ਗੱਲ ਆਉਂਦੀ ਹੈ ਨਾ, ਅਸੀਂ ਅਕਾਲੀ ਭਾਜਪਾ ਜਾਂ ਕਾਂਗਰਸ ਨੂੰ ਵੋਟਾਂ ਦੇ ਕੇ ਉਹਨਾਂ ਨੂੰ ਬਹੁਮਤ ਦੇ ਦਿੰਦੇ ਆ, ਫਿਰ ਕਾਨੂੰਨ ਤੇ ਪਾਸ ਹੁੰਦੇ ਆ। ਜਿਹੜੇ ਵੀਰ ਜੀ ਹਜੇ ਵੀ ਕਾਲੀ ਕਾਂਗਰਸੀ ਬਣ ਕੇ ਰਹਿਣਗੇ, ਉਹ ਬੇਵਕੂਫ ਨੇ। ਉਹਨਾਂ ਨੂੰ ਆਪਣੇ ਬਾਰੇ ਸੋਚਣਾ ਚਾਹੀਦਾ। ਕੱਲ ਨੂੰ ਸਾਡੇ ਨਿਆਣਿਆਂ ਨੇ ਕਿੱਥੋਂ ਰੋਟੀ ਖਾਣੀ ਆ ਜੀ। ਇੰਨੇ ਚਿਰ ਤਾਂ ਬੇਵਕੂਫ ਬਣਾਉਣ ਡੇ ਜੀ, ਹੁਣ ਵੀ ਬਣਾਂਗੇ ਤੇ ਫਿਰ ਮਾੜੀ ਗੱਲ ਆ। ਮਤਲਬ ਨਹੀਂ ਰਹਿ ਗਿਆ ਜੀ। ਬਿਲਕੁਲ ਜੀ, ਲਗਾਤਾਰ ਕਿਹਾ ਜਾ ਰਿਹਾ ਕਿ ਅਜੇ ਤੱਕ ਸਿਆਸਤਦਾਨਾਂ ਨੇ ਸਾਨੂੰ ਬੇਵਕੂਫ ਬਣਾਇਆ ਸੀ। ਇਹ ਨੌਜਵਾਨ ਇੱਥੇ ਪਹੁੰਚੇ ਹੈਗੇ ਆ, ਨੌਜਵਾਨਾਂ ਦੀ ਇੱਕੋ ਆਵਾਜ਼ ਆ ਕਿ ਅਜੇ ਤੱਕ ਸਿਆਸਤਦਾਨਾਂ ਨੇ ਸਾਨੂੰ ਬੇਵਕੂਫ ਬਣਾਇਆ ਸੀ, ਪਰ ਹੁਣ ਉਹ ਸਿਆਸਤਦਾਨ ਸਾਨੂੰ ਬੇਵਕੂਫ ਨਹੀਂ ਬਣਾ ਸਕਦੇ। ਅਸੀਂ ਕਿਸਾਨ ਸੰਘਰਸ਼ ਕਮੇਟੀਆਂ ਜਿਹੜੀਆਂ ਹੈਗੀਆਂ ਵਾ ਉਹਨਾਂ ਦੇ ਨਾਲ ਆ। ਤਸਵੀਰਾਂ ਵੇਖ ਸਕਦੇ ਆ ਇਸ ਟਾਈਮ ਦੇ ਉੱਤੇ, ਤਸਵੀਰਾਂ ਜਿਹੜੀਆਂ ਲਾਈਵ ਤੁਸੀਂ ਦੇਖ ਰਹੇ ਹੋ ਅਕਾਲ ਚੈਨਲ ਦੇ ਮਾਧਿਅਮ ਰਾਹੀਂ। ਇਹ ਅੰਮ੍ਰਿਤਸਰ ਦੀਆਂ ਤਸਵੀਰਾਂ ਵਾ। ਅੰਮ੍ਰਿਤਸਰ ਸਵੇਤ ਮਲਿਕ ਜਿਹੜੇ ਕਿ ਰਾਜ ਸਭਾ ਮੈਂਬਰ ਆ, ਉਹਨਾਂ ਦੇ ਘਰ ਦਾ ਘਿਰਾਓ ਕੀਤਾ ਜਾ ਰਿਹਾ ਵਾ ਤੇ ਦੂਜੇ ਪਾਸੇ ਕਿਹਾ ਜਾ ਰਿਹਾ ਕਿ ਜਿਹੜੀ ਆਵਾਜ਼ ਸੀ ਉਹ ਮੋਦੀ ਦੇ ਕੰਨਾਂ ਤੱਕ ਪਹੁੰਚ ਚੁੱਕੀ ਆ। ਉਹਨਾਂ ਨੇ ਕਿਹਾ ਵਾ ਕਿ ਅਸੀਂ ਕਿਸਾਨਾਂ ਨਾਲ ਬੈਠਣ ਵਾਸਤੇ ਤਿਆਰ ਆ, ਕਿਉਂਕਿ ਕੁਝ ਦਿਨ ਪਹਿਲਾਂ ਇੱਕ ਬਿਆਨ ਆਉਂਦਾ ਵਾ, ਉਦੋਂ ਵੀ ਜਿਹੜੇ ਮੰਤਰੀ ਸਾਹਿਬਾਨ ਉਹ ਕਹਿੰਦੇ ਕਿ ਅਸੀਂ ਕਿਸਾਨਾਂ ਨਾਲ ਬਹਿਣ ਵਾਸਤੇ ਤਿਆਰ ਆ। ਕੀ ਮੰਗਾਂ ਬਾਰੇ ਤਾਂ ਸਭ ਪਤਾ ਲੱਗ ਚੁੱਕਾ, ਪਰ ਇਸ ਕਾਨੂੰਨ ਨੂੰ ਕਾਲਾ ਕਾਨੂੰਨ ਹੀ ਕਿਹਾ ਜਾ ਰਿਹਾ ਵਾ। ਕਿਸਾਨ ਜਥੇਬੰਦੀਆਂ ਵਿਦਰੋਹ ਦੇ ਵਿੱਚ ਆ। ਇਸ ਟਾਈਮ ਤਸਵੀਰਾਂ ਵੇਖ ਰਹੇ ਹੋ, ਸਵੇਤ ਮਲਿਕ ਦੇ ਘਰ ਦੇ ਸਾਹਮਣੇ ਦੀਆਂ ਤਸਵੀਰਾਂ ਅੰਮ੍ਰਿਤਸਰ ਦੀਆਂ, ਤੁਹਾਨੂੰ ਅਕਾਲ ਚੈਨਲ ਦੇ ਮਾਧਿਅਮ ਨਾਲ ਜੋੜਿਆ ਹੈਗਾ ਵਾ। ਇਹ ਤਸਵੀਰਾਂ ਲਾਈਵ ਤਸਵੀਰਾਂ ਜਿਹੜੀਆਂ ਤੁਸੀਂ ਦੇਖ ਰਹੇ ਹੋ, ਵੱਡਾ ਇਕੱਠ ਹੈ ਇਸ ਟਾਈਮ ਦੇ ਉੱਤੇ। ਜੇ ਤੋਂ ਥੋੜੀ ਦੇਰ ਦੀ ਗੱਲ ਦੂਰ ਦੀ ਗੱਲ ਕਰਦੇ ਆ ਤੇ ਕਈ ਦਿਨ ਤੋਂ ਜਿਹੜਾ ਕਿ ਕਿਸਾਨਾਂ ਵੱਲੋਂ ਪਿੰਡ ਦੇਵੀਦਾਸਪੁਰ ਵਿਖੇ ਰੇਲਾਂ ਰੋਕੀਆਂ ਹੋਈਆਂ ਵਾ, ਬੰਦ ਕੀਤੀਆਂ ਵਾ, ਉਹਨਾਂ ਦਾ ਚੱਕਾ ਜਾਮ ਕੀਤਾ ਵਾ ਰੇਲਾਂ ਦਾ। ਤੇ 25 ਤਰੀਕ ਦਾ ਜਿਹੜਾ ਕਿ ਸਕਸੈਸਫੁਲ ਬੰਦ ਸੀ, ਬੜਾ ਵੱਡਾ ਹੰਗਾਰਾ ਸੀ। ਉਹਦੇ ਵਿੱਚ ਦੁਕਾਨਦਾਰ ਭਾਈਚਾਰਾ ਜਾਂ ਹਰ ਇੱਕ
ਮਜ਼ਹਬ ਨੇ ਉਹਦੇ ਵਿੱਚ ਵੱਡਾ ਹੁੰਗਾਰਾ ਦਿੱਤਾ ਸੀ, ਵੱਡਾ ਸਾਥ ਦਿੱਤਾ ਸੀ। ਅੱਜ ਫਿਰ ਕਿਸਾਨ ਜਥੇਬੰਦੀਆਂ ਵੱਲੋਂ ਜਿਹੜਾ ਕਿ ਮੋਰਚਾ ਸੰਭਾਲਿਆ ਗਿਆ ਵਾ। ਸ਼ਵੇਤ ਮਲਿਕ ਦੇ ਘਰ ਦੇ ਸਾਹਮਣੇ ਦੀਆਂ ਤਸਵੀਰਾਂ ਇਹ ਤੁਸੀਂ ਦੇਖ ਰਹੇ ਹੋ। ਭਾਰੀ ਸੁਰੱਖਿਆ ਫੋਰਸ ਇੱਥੇ ਉਹਨਾਂ ਦੇ ਘਰ ਦੇ ਸਾਹਮਣੇ ਲੱਗੀ ਹੈਗੀ ਆ। ਇੱਕ ਪਾਸੇ ਭਾਜਪਾ ਵੱਲੋਂ ਕਿਹਾ ਜਾ ਰਿਹਾ ਕਿ ਬਾਰ-ਬਾਰ ਆਪਣੀਆਂ ਸਫਾਈਆਂ ਦਿੱਤੀਆਂ ਜਾ ਰਹੀਆਂ ਵਾ। ਕੱਲ੍ਹ ਹੀ ਸ਼ਵੇਤ ਮਲਿਕ ਜੀ ਮੀਡੀਆ ਦੇ ਸਾਹਮਣੇ ਰੂਬਰੂ ਹੋਏ ਸੀ ਤੇ ਉਹਨਾਂ ਕਿਹਾ ਸੀ ਕਿ ਇਹ ਕਿਸਾਨ ਮਾਰੂ ਐਕਟ ਨਹੀਂਗਾ। ਪਰ ਜਦੋਂ ਆਪਾਂ ਕਿਸਾਨ ਜਥੇਬੰਦੀ ਨਾਲ ਗੱਲ ਕਰਦੇ ਹਾਂ, ਅਕਾਲੀ ਦਲ ਨਾਲ ਗੱਲ ਕਰਦੇ ਹਾਂ, ਕਾਂਗਰਸ ਨਾਲ ਗੱਲ ਕਰਦੇ ਹਾਂ, ਸਾਰੇ ਇਹਨੂੰ ਮਾਰੂ ਐਕਟ ਕਹਿੰਦੇ ਆ। ਕੇਵਲ ਭਾਜਪਾ ਤੋਂ ਛੱਡ ਸਾਰੇ ਹੀ ਇਸ ਟਾਈਮ ਦੇ ਉੱਤੇ ਇਸ ਨੂੰ ਮਾਰੂ ਐਕਟ ਕਹਿੰਦੇ ਆ। ਪਰ ਭਾਜਪਾ ਕਿਤੇ ਆਪਣੀਆਂ ਸਫਾਈਆਂ ਦੇ ਕੇ ਕਹਿ ਰਹੀ ਆ ਕਿ ਇਹ ਕਿਸਾਨਾਂ ਦੇ ਹੱਕ ਦੇ ਵਿੱਚ ਅਜੇ ਵੀ ਸ਼ਵੇਤ ਮਲਿਕ ਕੱਲ ਮੀਡੀਆ ਦੇ ਰੂਬਰੂ ਹੋਏ ਉਹਨਾਂ ਬਾਰ-ਬਾਰ ਦੱਸਿਆ ਕਿ ਇਹ ਜਿਹੜਾ ਐਕਟ ਹੈਗਾ ਵਾ ਕਿਸਾਨਾਂ ਦੇ ਵਿਰੋਧ ਦੇ ਵਿੱਚ ਨਹੀਂ ਹੈਗਾ। ਪਰ ਜੇ ਕਿਸਾਨਾਂ ਦੀ ਗੱਲ ਕਰਦੇ ਆ, ਤਸਵੀਰਾਂ ਤੁਸੀਂ ਵੇਖ ਰਹੇ ਹੋ, ਕਿਸਾਨ ਤੇ ਅਕਾਲੀ ਦਲ ਦੀ ਗੱਲ ਕਰਦੇ ਆ, ਕਾਂਗਰਸ ਦੀ ਗੱਲ ਕਰਦੇ ਆ, ਤੇ ਜਿੱਥੇ ਸਾਰੇ ਹੀ ਕਹਿ ਰਹੇ ਆ ਕਿ ਇਹ ਮਾਰੂ ਐਕਟ ਆਉਣ ਵਾਲੇ ਸਮੇਂ ਦੇ ਵਿੱਚ ਕਿਸਾਨ ਵਾਸਤੇ ਬਹੁਤ ਮਾੜਾ ਐਕਟ ਆ, ਜਿਹੜਾ ਕਿ ਕਾਲਾ ਕਾਨੂੰਨ ਦਾ ਨਾਮ ਦਿੱਤਾ ਵਾ, ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਕਿਸਾਨ ਨੂੰ ਨੁਕਸਾਨ ਪਹੁੰਚਾ ਸਕਦਾ ਵਾ। ਕਿਸਾਨ ਜਥੇਬੰਦੀਆਂ ਵੱਲੋਂ ਜਿਹੜਾ ਕਿ ਮਾਰਚ ਕੱਢਿਆ ਗਿਆ ਤੇ ਰੇਲਵੇ ਸਟੇਸ਼ਨ ਤੋਂ ਇਸ ਟਾਈਮ ਸ਼ਵੇਤ ਮਲਿਕ ਦੇ ਘਰ ਦੇ ਸਾਹਮਣੇ ਪਹੁੰਚ ਚੁੱਕੇ ਆ। ਹਰਜੀਤ ਸਿੰਘ ਝੀਤਾ ਕਿਸਾਨ ਆਗੂ ਸਾਡੇ ਨਾਲ ਜੁੜ ਚੁੱਕੇ। ਪਹਿਲਾਂ ਫਤਿਹ ਸਾਂਝ ਪਾਉਂਦੇ ਵੀਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਰਜੀਤ ਸਿੰਘ ਦੀ ਬੜੇ ਵੱਡੇ ਪ੍ਰੋਟੈਸਟ ਹੋ ਰਹੇ ਆ। ਕੇਂਦਰ ਸਰਕਾਰ ਦੀ ਜੇ ਗੱਲ ਕਰਦੇ ਆ, ਕੋਈ ਗੱਲਬਾਤ ਚੱਲੀ ਆ ਕਿਸਾਨਾਂ ਨਾਲ ਗੱਲਬਾਤ ਕਰਨ ਵਾਸਤੇ। ਅੱਜ ਵੀ ਤੁਸੀਂ ਰੇਲਵੇ ਸਟੇਸ਼ਨ ਤੋਂ ਚੱਲੇ ਹੋ, ਸ਼ਵੇਤ ਮਲਿਕ ਦੇ ਘਰ ਦਾ ਘਿਰਾਓ ਕਰਨਾ ਵਾ, ਕਿਉਂਕਿ ਭਾਜਪਾ ਦੇ ਨੇਤਾ ਵਾ, ਇਹਨਾਂ ਦੇ ਘਰਾਂ ਦੇ ਰੋਜ਼ ਹੀ ਘਿਰਾਓ ਹੋ ਰਹੇ ਆ। ਪਰ ਸਰਕਾਰ ਵੱਲੋਂ ਕੋਈ ਗੱਲਬਾਤ ਅੱਗੇ ਚੱਲੀ ਆ? ਜੋ ਵੀ ਵੇਖੋ, ਲਗਾਤਾਰ ਪਿਛਲੇ 1 ਮਹੀਨੇ ਤੋਂ ਇਹ ਧਰਨੇ ਚੱਲ ਰਹੇ ਆ। 1 ਮਹੀਨੇ ਤੋਂ ਲਗਾਤਾਰ ਅਸੀਂ ਟਰੈਕਟਰਾਂ ਦੇ ਮਾਰਚ ਕੱਢੇ ਸੀ। ਫਿਰ ਅਸੀਂ ਇਹਨਾਂ ਲੀਡਰਾਂ ਦੇ ਘਰਾਂ ਦੇ ਘਿਰਾਓ ਕਰਕੇ ਇਹਨਾਂ ਨੂੰ ਮੰਗ ਪੱਤਰ ਦਿੱਤੇ ਸੀ, ਪਰ ਇਹਨਾਂ ਦੇ ਸਿਰ ਤੇ ਜੂੰ ਨਹੀਂ ਕੋਈ ਸਰਕੀ। ਕਿਉਂ ਨਹੀਂ ਸਰਕੀ? ਇਹ ਸਮਝਦੇ ਪੰਜਾਬ ਨੂੰ ਇੱਕ ਹਿੰਦੁਸਤਾਨ ਦਾ ਛੋਟਾ ਹਿੱਸਾ ਸਮਝਦੇ ਆ, ਪਰ ਇਹਨਾਂ ਨੂੰ ਪਤਾ ਨਹੀਂ ਵੀ ਇਹ ਛੋਟੇ ਹਿੱਸੇ ਨੇ ਸਦਾ ਇਨਕਲਾਬ ਲਿਆਂਦਾ। ਜਿਹੜੇ ਧਾੜਵੀ ਸੀ ਮੁਗਲ, ਉਹਨਾਂ ਨੂੰ ਜੇ ਰਾਹ ਪਾਇਆ ਤੇ ਇਹਨਾਂ ਨੇ ਪੰਜਾਬ ਦੇ ਸੂਰਮਿਆਂ ਨੇ ਪਾਇਆ। ਜੇ ਅੰਗਰੇਜ਼ਾਂ ਨੂੰ ਚੱਲਦਾ ਕੀਤਾ ਤੇ ਇਹਨਾਂ ਸੂਰਮਿਆਂ ਨੇ ਚੱਲਦਾ ਕੀਤਾ। ਇਹਨੂੰ ਇਸ ਗੱਲ ਦਾ ਭੁਲੇਖਾ ਵਾ ਵੀ ਸ਼ਾਇਦ ਪੰਜਾਬ ਇੱਕ ਛੋਟਾ ਜਿਹਾ ਹਿੱਸੇ ਤੇ ਛੋਟੇ ਜਿਹੇ ਲੋਕ ਹੈ, ਕੀ ਕਰ ਲੈਣਗੇ ਮੈਨੂੰ। ਪੂਰਾ ਹਿੰਦੁਸਤਾਨ 'ਚ ਜਿਹੜੀ ਇਹਦੀ ਨਾਦਰਸ਼ਾਹੀ ਫਰਮਾਨ ਆ ਨਾ, ਇਹਨੇ ਆਪਣਾ ਲਾਗੂ ਕਰਾ ਲਿਆ। ਪਰ ਹਿੰਦੁਸਤਾਨ ਇੱਕ ਦੇ ਹਿੱਸੇ ਦੇ ਵਿੱਚ ਇਹੋ ਜਿਹਾ ਭਾਰਤ ਦੇ ਵਿੱਚ ਅਸੀਂ ਕਿੱਤੇ 'ਚ ਰਹਿੰਦੇ, ਜਿਹੜੇ 'ਚ ਅਸੀਂ ਇਨਕਲਾਬ ਸਦਾ ਹੀ ਲਿਆਂਦਾ ਵਾ, ਸਦਾ ਹੀ ਲੋਕਾਂ ਦੀ ਗੱਲ। ਗੁਰੂ ਨਾਨਕ ਪਾਤਸ਼ਾਹ ਦੀ ਗੱਲ ਕੀਤੀ ਆ। ਗੁਰੂ ਨਾਨਕ ਪਾਤਸ਼ਾਹ ਉੱਤਮ ਖੇਤੀ ਮੱਧਮ ਖਾਦ ਨਖਿੱਧ ਚਾਕਰੀ। ਗੁਰੂ ਨਾਨਕ ਪਾਤਸ਼ਾਹ ਨੇ ਜਦੋਂ ਇਹਨੂੰ ਉੱਤਮ ਖੇਤੀ ਆਖਤਾ, ਇਹ ਕੌਣ ਹੁੰਦੇ ਸਾਡੀ ਖੇਤੀ ਨੂੰ ਛੇੜਖਾਨੀਆਂ ਕਰਨ ਵਾਲੇ? ਅਸੀਂ ਇਹਨੂੰ ਕੋਆਪਰੇਟਰ ਘਰਾਣਿਆਂ ਦੇ ਹੱਥਾਂ 'ਚ ਵਿਕਣ ਨਹੀਂ ਦੇਵਾਂਗੇ। ਅਸੀਂ ਤਾਂ ਡਟ ਕੇ ਵਿਰੋਧ ਕਰਾਂਗੇ ਜਿੱਥੋਂ ਤੱਕ ਹੋ ਸਕੇ। ਮੋਦੀ ਆਪਣਾ ਜ਼ੋਰ ਲਾ ਲੇ, ਅਸੀਂ ਆਪਣੇ ਜ਼ੋਰ ਲਾ ਲਾਂਗੇ। ਇਹ ਜਿਹੜਾ ਬੰਦਾ ਆਪਣੇ ਆਪ ਨੂੰ ਸਮਝਦਾ ਮੈਂ ਚਾਹ ਵੇਚਣ ਵਾਲਾ, ਮੈਂ ਉਹ ਆ ਜੋ ਆ, ਮੈਂ ਇੱਕ ਝੂਠ ਬੋਲ ਕੇ ਸਾਡੇ ਚ ਆਇਆ ਵਾ, ਤੇ ਇਹਨੂੰ ਦੱਸ ਦਾਂਗੇ ਚਾਹ ਵੇਚਣ ਵਾਲੇ ਨੂੰ, ਭਾਂਡੇ ਵੇਚਣ ਡਾ ਦਾਂਗੇ ਅਸੀਂ ਇਹਨੂੰ ਰਕਾਤ ਇਹਦੀ ਯਾਦ ਕਰਾ ਦਾਂਗੇ ਇਹਨੂੰ। ਝੀਤਾ ਸਾਹਿਬ, ਸੰਘਰਸ਼ ਬਹੁਤ ਤੇਜ਼ ਹੋ ਚੁੱਕਾ ਵਾ। ਅੱਜ ਦਾ ਜਿਹੜਾ ਘਿਰਾਓ ਹੈਗਾ ਸ਼ਵੇਤ ਮਲਿਕ ਦੇ ਕੋਠੀ ਦਾ ਸਾਹਮਣੇ ਘਿਰਾਓ ਆ। ਸਵੇਰੇ ਤੁਸੀਂ ਇਕੱਠ ਕੀਤਾ ਸੀ ਜਿਹੜਾ, ਜੇ ਆਪਾਂ ਰੇਲਵੇ ਸਟੇਸ਼ਨ ਦੀਆਂ ਤਸਵੀਰਾਂ ਵੀ ਉਹ ਵੀ ਅਕਾਲ ਚੈਨਲ ਦੇ ਮਾਧਿਅਮ ਨਾਲ ਦੇਖੀਆਂ ਸੰਗਤ ਨੇ। ਕਿਹੋ ਜਿਹਾ ਅਗਲਾ ਪ੍ਰੋਗਰਾਮ ਹੋ ਸਕਦਾ ਵਾ? ਅੱਜ ਦਾ ਜਿਹੜਾ ਪ੍ਰੋਟੈਸਟ ਅੱਜ ਵਾਸਤੇ ਹੋਊਗਾ ਜਾਂ ਅੰਮ੍ਰਿਤਸਰ ਦੇ ਵਿੱਚ ਪੱਕੇ ਤੌਰ ਤੇ ਕੋਈ ਪ੍ਰੋਟੈਸਟ ਕਰਨ ਜਾ ਰਹੇ ਹੋ? ਵੇਖੋ, ਪ੍ਰੋਟੈਕਸ ਜਿਹੜਾ ਦਿਨੋਂ ਦਿਨ ਵੱਧਦਾ ਜਾ ਰਿਹਾ। ਦਿਨੋਂ ਦਿਨ ਤੁਸੀਂ ਵੇਖਣਾ ਵੀ ਅੱਜ ਸਾਰੇ ਪੰਜਾਬ ਦੇ ਵਿੱਚ 31 ਜਥੇਬੰਦੀਆਂ ਵੱਲੋਂ ਪ੍ਰੋਗਰਾਮ ਲਿਖੇ ਗਏ ਆ। ਅਸੀਂ ਜਿਹੜੀਆਂ ਪੰਜਾਬ ਦੀਆਂ ਸਾਰੀਆਂ ਜਿਹੜੀਆਂ ਟਰੈਕ ਉਹ ਜਾਮ ਕਰਤੇ ਆ। ਥਾਂ ਤੇ ਸਾਡੇ ਕਿਸਾਨ ਬੈਠੇ ਆ। ਉਹਦੀ ਦੂਜੀ ਕੜੀ ਦੇ ਵਿੱਚੋਂ ਜਿੱਥੇ ਵੀ ਇਹਨਾਂ ਦੇ ਲੀਡਰ ਆ, ਇਹਨਾਂ ਦੇ ਵਿਧਾਇਕ ਆ, ਇਹਨਾਂ ਦੇ ਹਰਾਏ ਹੋਏ ਜਾਂ ਜਿੱਤੇ ਆ ਜਾਂ ਹਾਰੇ ਹੋਏ ਆ, ਛੋਟੇ ਮੋਟੇ ਜਿੰਨੇ ਵੀ ਲੀਡਰ ਆ, ਉਹਨਾਂ ਦੇ ਘਰਾਂ ਦਾ ਘਿਰਾਓ ਆ। ਅਗਲਾ ਕਦਮ ਤੇ ਇਹਨਾਂ ਦੇ ਉਸ ਤੋਂ ਅਗਲਾ ਕਦਮ ਇਹ ਆ ਵੀ ਜਿਹੜਾ ਸਾਡੇ ਪਿੰਡਾਂ ਦੇ ਵਿੱਚ ਇਹਨਾਂ ਦਾ ਬਿਲਕੁਲ ਬਾਈਕਾਟ ਬਾਈਕਾਟ ਕਰਾਂਗੇ। ਰਾਹ ਇੱਕ ਬਾਈ ਵੀ ਸਾਨੂੰ ਮਿਲ ਕੇ ਇਹਨਾਂ ਦਾ ਵਿਰੋਧ ਕਰਾਂਗੇ। ਅਸੀਂ ਆਪਣੀ ਇਹਨਾਂ ਦੇ ਜਿਹੜੇ ਨਾਦਰਸ਼ਾਹੀ ਫਰਮਾਨ ਅਸੀਂ ਚੱਲਣ ਨਹੀਂ ਦੇਵਾਂਗੇ। ਗੁਰੂ ਨਾਨਕ ਪਾਤਸ਼ਾਹ ਦੀ ਪਵਿੱਤਰ ਧਰਤੀ ਆ, ਇਹ ਗੰਦੇ ਪੈਰ ਇਹਨਾਂ ਦੀਆਂ ਗੰਦੀਆਂ ਸੋਚਾਂ ਇੱਥੇ ਚੱਲਣ ਨਹੀਂ ਦੇਵਾਂਗੇ। ਜਿੰਨਾ ਵੀ ਸਾਡੇ ਕੋਲ ਸੰਘਰਸ਼ ਹੋਇਆ ਗਿਆ ਕਰਾਂਗੇ। ਸਾਨੂੰ ਆਪਣੇ ਆਪ ਤੇ ਵਿਸ਼ਵਾਸ ਆ ਵੀ ਇਹਨੂੰ ਇੱਥੋਂ ਇਹਦੇ ਜਿਹੜੇ ਐਕਟ ਲਈ ਕਿਹਾ ਕਿਸਾਨਾਂ ਦੇ ਖਿਲਾਫ ਇਹ ਵਾਪਸ ਕਰਾ ਕੇ ਰਵਾਂਗੇ। ਇਹ ਸਾਨੂੰ ਮਾਰੂ ਐਕਟ ਆ। ਇਹ ਦੁਕਾਨਦਾਰ ਮਰ ਜਾਣੇ ਆ। ਕਿਸਾਨ ਦੇ ਨਾਲ ਸੰਬੰਧਿਤ, ਕਿਸਾਨੀ ਦੇ ਨਾਲ ਸੰਬੰਧਿਤ ਜਿੰਨਾ ਵੀ ਕੰਮ ਆ 60% ਇੱਥੇ ਕਿਸਾਨੀ ਆ। ਇਹਦੇ ਨਾਲ ਬਾਕੀ ਸੰਬੰਧਿਤ ਦੁਕਾਨਦਾਰ ਵੀ ਜੇ ਕਿਸਾਨੀ ਕੋ 4 ਪੈਸੇ ਉਹ ਵੀ ਚੱਲਦੇ ਆ। ਕੰਪਨੀਆਂ ਆ ਗਈਆਂ, ਕੰਪਨੀਆਂ ਨੇ ਆਪਣੇ ਪੰਪ ਖੋਲ੍ਹ ਲੈਣੇ ਆ, ਆਪਣੇ ਉਹਨਾਂ ਨੇ ਟਰੈਕਟਰ ਲੈ ਆਉਣੇ ਆ।
ਆਪਣੇ ਉਹਨਾਂ ਦੇ ਮੌਲ ਹੋ ਜਾਣੇ, ਆਪਣੇ ਸਭ ਕੁਝ ਹੋ ਜਾਣਾ। ਉੱਥੇ ਤੇ ਚੰਦ ਘਰਾਣਿਆਂ ਦੀ ਗੱਲ ਹੈ, ਬਾਕੀ 90% ਦੁਨੀਆ ਨੂੰ ਭੁੱਖੇ ਮਾਰਨ ਵਾਲੇ ਐਕਟ ਆ। ਇਹ ਐਕਟ ਕੋਈ ਇਹ ਨਹੀਂ ਵੀ ਇਹ ਸੋਚੀ ਸਮਝੀ ਚਾਲ ਆ, ਇਹ ਕੰਪਨੀਆਂ ਨੂੰ ਲੈ ਕੇ ਆਈਆਂ ਵਾ। ਇਹ ਮੋਦੀ ਦੀ ਕੋਈ ਨਹੀਂ ਆ ਵੀ ਮੋਦੀ ਆਪਣੇ ਕਰਨਾ, ਇਹ ਕੰਪਨੀਆਂ ਨੇ ਜੋ ਇਹਨੂੰ ਬਣਾ ਕੇ ਦਿੱਤਾ, ਪਰੋਸ ਕੇ ਦਿੱਤਾ ਵਾ, ਜੋ ਲਿਖ ਕੇ ਦਿੱਤਾ ਵਾ, ਉਹੀ ਇਹਨੇ ਆਰਡੀਨੈਂਸ ਗਾੜੀ ਰੱਖਤਾ। ਰਾਜ ਸਭਾ ਲੋਕ ਸਭਾ 'ਚ ਪਾਸ ਕਰਾ ਲਿਆ, ਰਾਜ ਸਭਾ 'ਚ ਧੱਕੇ ਨਾਲ ਪਾਸ ਕਰਾ ਲਿਆ। ਵਿਰੋਧੀ ਧਿਰ ਦੀ ਨਾਮੁਮਕਿਨ ਕਰ ਰਹੀ ਆ। ਵਿਰੋਧੀ ਧਿਰ ਜੇ ਹੁੰਦਾ ਤੇ ਆਹ ਕੰਮ ਨਾ ਹੁੰਦਾ। ਵਿਰੋਧੀ ਧਿਰ ਜਿਹੜਾ ਆਪਣੇ ਠੀਕ ਆ, ਉਹਨੇ ਆਪਣਾ ਫਰਜ਼ ਨਹੀਂ ਨਿਭਾਇਆ। ਵਿਰੋਧੀ ਧਿਰ ਨੇ ਆਪਣਾ ਫਰਜ਼ ਨਹੀਂ ਨਿਭਾਇਆ ਤੇ ਇਸ ਕਰਕੇ ਵੱਧਦਾ ਜਾ ਰਿਹਾ। ਅੱਜ ਕਿਸਾਨ ਬਾਹਰ ਆ ਗਏ ਆ, ਕਿਸਾਨਾਂ ਨੇ ਆਪਣਾ ਫਰਜ਼ ਸਮਝਿਆ, ਕਿਸਾਨ ਬਾਹਰ ਆ ਗਏ, ਵਿਰੋਧੀ ਧਿਰ ਵੀ ਬਾਹਰ ਆ ਗਈ। ਜਿਹੜੀ ਬੀਬਾ ਆਂਦੀ ਹੈ ਆਪਣੇ ਆਪ 'ਚ ਜਿਹੜੇ ਆਰਡੀਨੈਂਸ ਚੰਗੇ ਆ, ਉਹਨੂੰ ਕਹਿਣਾ ਪਿਆ ਵੀ ਆਰਡੀਨੈਂਸ ਮਾੜੇ ਆ। ਵੇਖੋ ਕਿਸਾਨਾਂ ਨੇ ਬੜਾ ਤਗੜਾ ਇਨਕਲਾਬ ਲਿਆਂਦਾ ਵਾ। ਕਿਸਾਨਾਂ ਦੇ ਇਨਕਲਾਬ ਕਰਕੇ ਸਾਰੇ ਜਿਹੜਾ ਪੰਜਾਬ ਦੀ ਲੋਕਤੰਤਰਤਾ, ਲੋਕਾਂ ਨੇ ਸਿਰ ਜੋੜੇ ਆ। ਲੋਕ 25 ਜਿਹੜੀ ਆ ਤਰੀਕ ਨੂੰ ਸੜਕਾਂ ਤੇ ਆਏ ਆ, ਇੱਕ ਮੁੱਠ ਹੋ ਕੇ। ਕਲਾਕਾਰ ਕੀ ਆ, ਬੁੱਧੀਜੀਵ ਕੀ ਆ, ਦੁਕਾਨਦਾਰ ਕੀ ਆ, ਆੜਤੀਏ ਕੀ ਆ, ਸਾਰੇ ਇੱਕ ਮੁੱਠ ਹੋ ਕੇ ਜਿਹੜੇ ਆਏ ਆ ਵੀ ਇਹ ਸਾਡਾ ਭਾਈਚਾਰਾ ਟੁੱਟੇ ਨਾ। ਭਾਜਪਾ ਨੇਤਾ ਤੇ ਬਾਰ-ਬਾਰ ਜਦੋਂ ਲਾਈਵ ਹੁੰਦੇ ਆ ਜਾਂ ਮੀਡੀਆ ਸਾਹਮਣੇ ਆਉਂਦੇ ਆ ਤੇ ਉਹ ਕਹਿੰਦੇ ਕਿ ਇਹ ਬਹੁਤ ਫਾਇਦੇਮੰਦ ਕਾਨੂੰਨ ਆ। ਇਸ ਨੂੰ ਕਿਸ ਤਰ੍ਹਾਂ ਵੇਖਦੇ ਤੁਸੀਂ? ਵੇਖੋ ਇਹਨਾਂ ਨੂੰ ਇਹ ਪੁੱਛੋ ਵੀ ਫਾਇਦੇਮੰਦ ਕਿਹੜੇ ਬੰਨਿਓ ਆ। 2013-14 ਦੇ ਵਿੱਚ ਸਾਡੀ ਝੋਨੇ ਦੀ ਜਿਹੜੀ ਫਸਲ ਸੀ ਕੀ ਰੇਟ ਵਿਕਦੀ ਸੀ? 4500-4700 ਰੁਪਈਆ ਵਿਕਦੀ ਸੀ ਨਾ। ਅੱਜ ਕੀ ਭਾਅ ਵਿਕਦੀ ਆ? 15 ਚ ਆਇਆ ਏ, 15 ਚ ਇਹਨੇ ਸਾਡੇ ਪਾ ਕਰਤੇ 700-800 ਰੁਪਈਆ। ਅਸੀਂ ਸੰਘਰਸ਼ ਕਰਕੇ, ਐਜੀਟੇਸ਼ਨ ਕਰਕੇ ਸਾਰਾ ਪੰਜਾਬ 'ਚ ਚੱਕਾ ਜਾਮ ਕੀਤਾ ਤੇ ਫਿਰ ਜਾ ਕੇ ਸਾਡੇ ਭਾਅ 1500 ਹੋਏ। ਉਸ ਤੋਂ ਬਾਅਦ ਅਸੀਂ ਲਗਾਤਾਰ ਹਰ ਸਾਲ ਅਸੀਂ 7-7 ਦਿਨ ਟਰੈਕ ਜਾਮ ਕਰਦੇ ਆ, ਫਿਰ ਜਾ ਕੇ ਸਾਡੇ ਭਾਅ ਵੱਧਦੇ ਆ। ਫਿਰ ਅਸੀਂ ਆਪਣਾ ਝੋਨਾ ਵੇਚਣ ਡਏ ਆ। ਸਵਾਮੀਨਾਥਨ ਦੀ ਨੇ ਗੱਲ ਕੀਤੀ, ਸਾਨੂੰ ਉਹ ਨਹੀਂ ਲਾਗੂ ਕੀਤੀ। ਹਰ ਤਕਬਾ ਦੇ ਕਿਸਾਨੀ ਦੇ ਹਰ ਫਰੰਟ ਤੇ ਫੇਲ ਆ। GST ਲਾਤੀ। ਕਿਸਾਨਾਂ ਦੇ ਟਰੈਕਟਰ ਦੇ ਰੇਟ ਜਿਹੜੇ 4-4 ਲੱਖ ਦਾ ਟਰੈਕਟਰ 8-8 ਲੱਖ ਦਾ ਕਰਤਾ। ਜਿਹੜੇ ਸੰਦ ਸਾਨੂੰ 50-50 ਹਜ਼ਾਰ ਦੇ ਮਿਲਦੇ, ਸਾਡਾ 2.5 ਲੱਖ ਦੇ ਸੰਦ ਹੋ ਗਿਆ। 28% GST ਸੰਦਾਂ ਤੇ ਲਾਤੀ। ਲੋਹੇ ਤੇ GST ਹੈ ਹੀ ਨਹੀਂ। ਲੋਹਾ ਅਸੀਂ ਫ੍ਰੀ ਬਣਾ ਲੈਦੇ ਹਾਂ ਆਪਣੇ ਪਿੰਡਾਂ ਦੇ ਮਕੈਨਿਕਾਂ ਕੋ, ਉਹ ਇਹਨੇ GST ਲਾਤੀ ਹੈ। ਜਦੋਂ ਸੰਦ ਬਣ ਜਾਂਦਾ GST ਲੱਗ ਗਈ। ਅਸੀਂ ਜਿੰਨੇ ਦਾ ਸੰਦ ਹੈ ਉੱਥੇ 28,000, ਉੱਥੇ GST 3 ਲੱਖ ਮਗਰ। ਕਿਹੜੀਆਂ ਗੱਲਾਂ ਕਰਦਾ ਇਹ? ਕਿਸਾਨੀ ਦੇ ਉਲਟ ਜਾਣ ਵਾਲਾ ਬੰਦਾ। ਇਹਦੀਆਂ ਤਾਂ ਗੱਲਾਂ ਤੇ ਅਸੀਂ ਯਕੀਨ ਕਰ ਹੀ ਨਹੀਂ ਸਕਦੇ। ਬਿਲਕੁਲ ਝੂਠਾ ਬੰਦਾ ਵਾ। ਬਾਦਲ ਸਰਕਾਰ ਨੇ ਸਾਡਾ ਸਾਰਾ ਪੰਜਾਬ ਵੇਚਤਾ। ਉਹੀ ਬਾਦਲ ਸਰਕਾਰ ਦਾ ਫਾਰਮੂਲਾ ਇਹ ਲੈ ਕੇ ਆ, ਸਾਰਾ ਹਿੰਦੁਸਤਾਨ ਵੇਚ, ਸਾਰਾ ਭਾਰਤ ਵੇਚ ਦੇਣ ਲੱਗਾ ਏ। ਬਾਦਲ ਵੀ ਇਸ ਟਾਈਮ ਸੜਕਾਂ ਤੇ ਨਿਕਲੇ ਆ। ਅੱਜ ਉਹਨਾਂ ਨੇ ਵੱਡਾ ਕਾਫਲਾ ਤੋਰਿਆ ਇੱਥੋਂ। ਕਹਿੰਦੇ ਕਿ ਅਸੀਂ ਚੰਡੀਗੜ੍ਹ ਗਵਰਨਰ ਨੂੰ ਮਿਲ ਕੇ ਉਹਨਾਂ ਕੋਲੋਂ ਇਹ ਕਾਲਾ ਕਾਨੂੰਨ ਵਾਪਸ ਕਰਨ ਦੀ ਗੱਲ ਕਰਾਂਗੇ। ਤਿੰਨਾਂ ਤਖਤ ਸਾਹਿਬਾਨਾਂ ਤੋਂ ਉਹਨਾਂ ਨੇ ਅੱਜ ਮੋਰਚਾ ਤੋਰਿਆ ਹੈਗਾ ਵਾ। ਵੇਖੋ ਇਹ ਡਰਾਮੇ ਆ। ਆਪੇ ਤਾਂ ਕਹਿ ਰਹੇ ਜੀ ਇਹ ਕਾਨੂੰਨ ਚੰਗੇ ਆ। ਜਦੋਂ ਲੋਕ ਉੱਠ ਪਏ, ਲੋਕ ਸੜਕਾਂ ਤੇ ਆ ਕੇ ਕਾਲਾ ਕਾਨੂੰਨ ਬਣ ਗਿਆ। ਹੁਣ ਇਹਨਾਂ ਕਾਨੂੰਨਾਂ ਨੂੰ ਪਹਿਲਾਂ ਚੰਗੇ ਕਾਨੂੰਨ ਆਖਿਆ ਜਾਂ ਕਿਸਾਨਾਂ ਦੇ ਹੱਕ ਦੀ। ਹੁਣ ਜਦੋਂ ਲੋਕ ਉੱਠ ਪਏ ਆ ਤੇ ਲੋਕਾਂ ਦੀ ਲਹਿਰ ਵੇਖ ਕੇ ਉਹਨੂੰ ਕਾਲਾ ਇਹ ਕਟਪੁਤਲੀਆਂ ਵਾ। ਇਹ ਰੰਗ ਬਦਲਣ ਵਾਲੇ ਬੰਦੇ ਆ। ਇਹ ਰਾਜਨੀਤਿਕ ਰੰਗ ਬਦਲੇ। ਇਹਨਾਂ ਨੇ ਆਪਣੇ ਮਨਮੋਹਨ ਸਿੰਘ ਨੇ ਇੱਕ ਗੱਲ ਕੀਤੀ ਸੀ। ਇਹਨਾਂ ਜਦੋਂ ਵੀ ਗੱਲ ਕੀਤੀ, ਆਪਣੇ ਘਰ ਦੀ ਗੱਲ ਕੀਤੀ, ਆਪਣੇ ਮੁਨਾਫੇ ਦੀ ਗੱਲ ਕੀਤੀ, ਪੰਜਾਬ ਦੀ ਗੱਲ ਇਹਨਾਂ ਕਦੀ ਕੀਤੀ ਨਹੀਂ। ਕਹਿ ਰਹੇ ਆ ਕਿ ਮੈਂ ਕਿਸਾਨਾਂ ਦੇ ਨਾਲ ਆ, ਕਿਸਾਨਾਂ ਦੇ ਮਗਰ ਲੱਗ ਕੇ ਚੱਲੂਗਾ। 4 ਤਰੀਕ ਦਾ ਟਾਈਮ ਵੀ ਸ਼ਾਇਦ ਦੇ ਦਿੱਤਾ ਉਹਨਾਂ ਨੇ। ਕਹਿ ਰਹੇ ਕਿ ਮੈਂ ਰੋਡ ਤੇ ਆਉਂਗਾ, ਸ਼ੰਭੂ ਬਾਰਡਰ ਤੋਂ ਆਪਾਂ ਦਿੱਲੀ ਵੱਲ ਨੂੰ ਕੂਚ ਕਰਾਂਗੇ। ਕਿਸਾਨ ਜਥੇਬੰਦੀਆਂ ਨਾਲ ਚੱਲਣਗੇ ਉਹਨਾਂ ਦੇ। ਵੇਖੋ ਕੈਪਟਨ ਸਾਹਿਬ ਛੇੜਖਾਨੀ ਕਰਨ ਲੱਗੇ ਸੀ 2017 ਦੇ ਵਿੱਚ। ਇਹਨਾਂ ਨੇ ਇੱਕ ਮਤਾ ਲੈ ਕੇ ਆਏ ਸੀ। ਉਸ 14 ਅਗਸਤ 2017 ਨੂੰ ਇੱਕ ਆਰਡੀਨੈਂਸ ਇਹ ਵੀ ਲੈ ਕੇ ਆਏ ਸੀ, ਪਰ ਇਹਨਾਂ ਨੇ ਉਨੀ ਛੇੜਖਾਨੀ ਨਹੀਂ ਕੀਤੀ ਜਿੰਨੇ ਇਹਨਾਂ ਕੀਤੀ ਆ। ਉਹਨਾਂ ਨੇ ਇੱਕ ਇਹ ਵਪਾਰੀਆਂ ਦੇ ਹੱਕ ਦੀ ਗੱਲ ਕੀਤੀ ਆ, ਪਰ ਮੰਡੀ ਬੋਰਡ ਤੋੜਨ ਦੀ ਨਹੀਂ ਗੱਲ ਕੀਤੀ। ਨਾ ਉਹਨਾਂ ਨੇ ਆਪਣਾ MSP ਨੂੰ ਛੇੜਖਾਨੀ ਕਰਨ ਦੀ ਗੱਲ ਕੀਤੀ ਆ। ਤੇ ਇਹ ਚਲੋ ਕੁਝ ਹੱਦ ਤੱਕ ਅਸੀਂ ਕਹਿ ਸਕਦੇ ਆ ਵੀ ਕੈਪਟਨ ਸਰਕਾਰ ਕਿਸਾਨਾਂ ਦੇ ਹੱਕ 'ਚ ਚੱਲ ਰਹੀ ਆ, ਪਰ ਆਉਣ ਵਾਲਾ ਸਮਾਂ ਦੱਸੂਗਾ। ਸਾਡੇ ਕੋਲੋਂ ਕੈਪਟਨ ਦੇ ਹੁੰਦਿਆਂ ਸਾਡੇ ਪਾਣੀ ਖੁੱਸ ਗਏ। ਕਹਿੰਦੇ ਮੈਂ ਪਾਣੀ ਦਾ ਰਾਖਾ ਵਾਂ। ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਮੈਂ ਹੀ ਤਾਂ ਪਾਣੀ ਦਾ ਰਾਖਾ, ਕਿਨੇ ਆਵਾਜ਼ ਨਹੀਂ ਚੱਕੀ, ਕੈਪਟਨ ਨੇ ਆਵਾਜ਼ ਚੱਕੀ। ਵੇਖੋ ਮੈਂ ਆਪਣੀ ਹੋਂਦ ਮੈਨੂੰ 20 ਸਾਲ ਹੋ ਗਏ ਖੇਤੀ ਕਰਦਿਆਂ ਨੂੰ। ਮੈਂ ਆਪਣੀ ਹੋਂਦ ਵਿੱਚ ਵੇਖਿਆ ਵਾ ਵੀ ਸਾਡੇ ਸਾਰਾ ਸਿਆਲ ਨਹਿਰਾਂ ਚੱਲਦੀਆਂ ਸੀ। ਸਾਰਾ ਸਿਆਲ ਅਸੀਂ ਨਹਿਰਾਂ ਦਾ ਪਾਣੀ ਲੈਂਦੇ ਹਾਂ। ਹੁਣ ਕਿੱਥੇ ਗਿਆ? ਸਾਨੂੰ 2 ਮਹੀਨੇ ਨਹਿਰਾਂ ਦਾ ਪਾਣੀ ਨਹੀਂ ਵਿਕਦਿਆ। ਹਜੇ ਬਾਸਮਤੀ ਖੇਤਾਂ 'ਚ ਖੜੀ ਆ, ਹਜੇ ਨਿਸਰੀ ਨਹੀਂ ਬਾਸਮਤੀ, ਅਜੇ ਇਹਨੂੰ ਫਲ ਨਹੀਂ ਪਿਆ ਤੇ ਨਹਿਰਾਂ ਸੁੱਕ ਗਈਆਂ, ਬਿਜਲੀ ਬੰਦ ਕਰਤੀ। ਇਹ ਕਿਹੜੀਆਂ ਗੱਲਾਂ ਕਰਦੇ ਆ? ਮੰਨ ਲਓ ਕਿਸਾਨੀ ਦੇ ਨਾਲ ਇਹ ਚਿਹਰਾ ਬਿਲਕੁਲ ਸਾਫ਼ ਚਿਹਰੇ ਨਾਲ ਕਿਸਾਨੀ ਲਹਿਰ 'ਚ ਆਉਣਾ ਪਊਗਾ। ਠੀਕ ਆ, ਦੋਗਲੀਆਂ ਗੱਲਾਂ ਕਰਨੀਆਂ ਬੰਦ ਕਰਨੀਆਂ ਪੈਣਗੀਆਂ। ਇਹ ਸਿਰਫ ਕਿਸਾਨਾਂ ਦੀ ਆਪਣੀ ਮੂਵਮੈਂਟ ਦੇ ਸਾਰੇ ਚਿਹਰੇ ਸਾਫ਼ ਕਰਨੇ ਆ। ਇਹਨਾਂ ਦੇ ਦੋਗਲੇ ਚਿਹਰੇ ਹੀ ਸਾਫ਼ ਹੌਲੀ ਹੋਣੇ ਆ। ਠੀਕ ਆ, ਜਿਹੜਾ ਕਿਸਾਨਾਂ ਦਾ ਸਾਥ ਦਊਗਾ ਤੇ ਵੋਟ ਵੀ ਉਹ ਲੈ ਜਾਊਗਾ। ਜਿਹੜਾ ਕਿਸਾਨਾਂ ਦੇ ਉਲਟ ਚੱਲੂਗਾ, ਵੋਟ ਪਿੰਡਾਂ 'ਚ ਵੜਨ ਦਾ ਹੱਕ ਨਹੀਂ ਹੈਗਾ। ਇਹ ਤੇ ਰੂਹ ਆ ਕਿਸਾਨਾਂ ਦਾ। ਜਿਹੜੀ ਬੜਾ ਵੱਡਾ ਸੰਘਰਸ਼ ਕਰ ਰਹੀ ਆ ਇਸ ਟਾਈਮ ਕਿਸਾਨ ਜਥੇਬੰਦੀਆਂ ਨਾਲ। ਕਿਤੇ ਅਸੀਂ ਵੇਖਦੇ ਹੁੰਦੇ ਸੀ ਕਿ ਸ਼ਾਇਦ ਚਿੱਟੀਆਂ ਦਾੜੀਆਂ ਹੀ ਬੈਠੀਆਂ ਹੁੰਦੀਆਂ ਸੀ ਆਪਾਂ ਰੋਡਾਂ ਦੇ ਉੱਤੇ। ਜਦੋਂ ਕਿਸਾਨ ਸੰਘਰਸ਼ ਕਮੇਟੀ ਦੀ ਗੱਲ ਹੁੰਦੀ ਸੀ, ਕਿਸਾਨ ਸੰਘਰਸ਼ ਦੀ ਗੱਲ ਹੁੰਦੀ ਸੀ ਨਾ, ਉਦੋਂ ਦੇਖਿਆ ਜਾਂਦਾ ਕਿ ਸਾਡੇ ਬਜ਼ੁਰਗ ਬੈਠੇ ਹੁੰਦੇ ਸੀ। ਪਰ ਇਸ ਟਾਈਮ ਦੇ ਉੱਤੇ ਨੌਜਵਾਨ ਪੀੜ੍ਹੀ ਬਹੁਤ ਅੱਗੇ ਆਈ ਆ। ਤੇ ਜੇ ਆਪਾਂ ਕਲਾਕਾਰ ਭਾਈਚਾਰੇ ਦੀ ਗੱਲ ਕਰਦੇ ਹਾਂ ਤੇ ਬੜਾ ਵੱਡੇ ਇਕੱਠ ਕੀਤੇ ਆ। ਬਟਾਲੇ ਦੀ ਗੱਲ ਕਰਦੇ ਹਾਂ, ਕੱਲ੍ਹ ਵੀ ਬਹੁਤ ਵੱਡਾ ਇਕੱਠ ਸੀ ਉਹਨਾਂ ਦਾ। ਉਹਦੇ ਬਾਰੇ ਕੀ ਕਹਿਣਾ ਚਾਹੋਗੇ? ਵੇਖੋ
ਹਰ ਕਿਸੇ ਨੂੰ ਪਤਾ ਜੇ ਕਲਾਕਾਰ ਆ, ਕਿਸਾਨ ਆ ਤੇ ਕਲਾਕਾਰ ਆ। ਜੇ ਮੈਰਿਜ ਪੈਲਸਾਂ ਦੇ ਵਿੱਚ ਅਖਾੜੇ ਲੱਗਦੇ ਆ, ਜੇ ਪਿੰਡਾਂ 'ਚ ਅਖਾੜੇ ਲੱਗਦੇ, ਕਿਸਾਨਾਂ ਦੀ ਬਦੌਲਤ ਲੱਗਦੇ ਆ। ਤੇ ਹਰ ਕਿਸੇ ਨੂੰ ਇਹ ਪਤਾ ਲੱਗ ਗਿਆ ਵੀ ਜੇ ਕਿਸਾਨੀ ਮਰ ਗਈ ਤੇ ਕਿਸੇ ਰਹਿਣਾ ਕਿਸੇ ਨੇ ਵੀ ਨਹੀਂ ਆ। ਇਹ ਕਿਸਾਨੀ ਇੱਕ ਜਦੋਂ ਤੁਹਾਨੂੰ ਇੱਕੋ ਗੱਲ ਦੱਸੀ ਵੀ 60% ਲੋਕ ਆ, ਇਹੋ ਲੋਕ ਆ ਜਿਹਨੇ ਲੋਕਡਾਊਨ ਦੇ ਵਿੱਚ ਲੰਗਰ ਲਾ ਛੱਡੇ। ਪਿੰਡਾਂ ਹਰ ਪਿੰਡ ਦੇ ਵਿੱਚ 2-2 4-4 ਲੰਗਰ, ਹਰ ਗੁਰਦੁਆਰੇ 'ਚ ਲੰਗਰ ਲੱਗ ਛੱਡਿਆ। ਮਨੁੱਖਤਾ ਨੂੰ ਭਾਵੇਂ ਉਹ ਬਾਹਰ ਦੇ ਬਿਹਾਰ ਦੇ ਆਪਣੇ ਪਰਦੇਸੀ ਹੋਣ, ਭਾਵੇਂ ਕੋਈ ਵਿਦੇਸ਼ੀ ਹੋਵੇ, ਭਾਵੇਂ ਇੱਥੋਂ ਦੇ ਸਾਡੇ ਲੋਕ ਹੋਣ, ਅਸੀਂ ਖੁੱਲੇ ਦਿਲ ਨਾਲ ਲੰਗਰ ਲਾਏ ਆ। ਅਸੀਂ ਹਰ ਕਿਸੇ ਨੂੰ ਸਜਦਾ ਕੀਤਾ ਵਾ, ਮਨੁੱਖਤਾ ਨੂੰ ਅਸੀਂ ਭਲਾ ਕੀਤਾ ਹਰ ਕਿਸੇ ਦਾ। ਇਸ ਕਰਕੇ ਇਹ ਲੋਕਾਂ ਨੇ ਆਪੋ ਆਪਣਾ ਫਰਜ਼ ਸਮਝਿਆ ਵਾ ਵੀ ਜੇ ਕਿਸਾਨਾਂ ਨੇ ਆਪਣਾ ਫਰਜ਼ ਨਿਭਾਇਆ ਵਾ, ਹਰ ਔਖੀ ਘੜੀ 'ਚ ਕਿਸਾਨ ਲੋਕਾਂ ਦਾ ਸਾਥ ਦਿੰਦੇ ਆ। ਅਸੀਂ ਕਿਸੇ ਨੂੰ ਨਾ ਹੀ ਨਹੀਂ ਕੀਤੀ। ਔਖੀ ਘੜੀ ਦੇ ਵੇਲੇ ਹਰ ਥਾਂ ਸਰਕਾਰਾਂ ਦਾ ਸਾਥ ਵੀ ਦਿੱਤਾ ਵਾ, ਆਪਣੇ ਦੇਸ਼ ਵਾਸਤੇ ਵੀ ਮਰੇ ਆ। ਇਸ ਕਰਕੇ ਹੁਣ ਜਿਹੜੇ ਕਲਾਕਾਰ ਉਹਨਾਂ ਨੂੰ ਇਸ ਗੱਲ ਦੀ ਸਮਝ ਪੈ ਗਈ ਆ ਵੀ ਪਹਿਲਾਂ ਚੰਗੀ ਗੱਲ ਆ। ਅਸੀਂ ਇਹਨੇ ਚੰਗੀ ਗੱਲ ਆ, ਕਿਸਾਨ ਪਹਿਲੀ ਵਾਰ ਜਿਹੜੇ ਆ ਆਪਣੇ ਕਲਾਕਾਰ ਆ ਇਹ ਲੋਕਾਂ ਦੇ ਸਾਡੇ ਆਏ ਆ। ਚੰਡੀਗੜ੍ਹ ਵੀ ਸਾਡੀ ਮੀਟਿੰਗ ਹੋਈ ਆ, ਬਹੁਤ ਵਧੀਆ ਗੱਲ ਆ। ਚਲੋ ਇਹਨਾਂ ਨੇ ਜਵਾਨੀ ਨੂੰ ਭੜਕਾਇਆ ਸੀ, ਜੇ ਇਹੋ ਜਵਾਨੀ ਨੂੰ ਸਿੱਧੇ ਰਾਹ ਲਿਆਉਣ ਤੇ ਇਸ ਤੋਂ ਵਧੀਆ ਗੱਲ ਕੋਈ ਹੋ ਨਹੀਂ ਸਕਦੀ। ਇਸ ਦੇ ਵਿੱਚ ਦੱਸੋ ਆਉਣ ਵਾਲਾ ਸੰਘਰਸ਼ ਕੀ ਹੋਊਗਾ ਜੇ ਮੰਨ ਲਓ ਕਿ ਮੋਦੀ ਸਰਕਾਰ ਦੇ ਇਹ ਕਾਨੂੰਨ ਵਾਪਸ ਨਹੀਂ ਲੈਂਦੀ ਤੇ ਕਿਸਾਨ ਜਥੇਬੰਦੀਆਂ ਵੱਲੋਂ ਕਿਹੋ ਜਿਹਾ ਸੰਘਰਸ਼ ਉਲੀਕਿਆ ਜਾਊਗਾ? ਵੇਖੋ, ਸੰਘਰਸ਼ ਸਾਡਾ ਦਿਨ ਬ ਦਿਨ ਤਿੱਖਾ ਹੀ ਹੋ ਰਿਹਾ। ਅਸੀਂ ਇਹਨੂੰ ਜਦੋਂ ਤੋਂ ਤੁਰੇ ਸਾਂ, ਇੱਕ ਪਿੰਡਾਂ 'ਚੋਂ ਛੋਟੇ-ਮੋਟੇ ਇੱਕ ਪੁਤਲੇ ਲੂਣ ਤੱਕ ਚੱਲਿਆ ਸੀ ਕੰਮ, ਇੱਕ ਪੁਤਲੇ ਫੂਕ ਤੇ ਇਹਨਾਂ ਦਾ ਵਿਰੋਧ ਕਰਤਾ। ਹੁਣ ਤੁਹਾਨੂੰ ਪਤਾ ਵੀ ਅਸੀਂ ਟਰੈਕਟਰ ਜਦੋਂ ਸੜਕਾਂ ਤੇ ਲਿਆ ਕੇ ਖਿਲਾਰਤੇ, ਇਹਨਾਂ ਦੇ ਖਿਲਾਫ ਅਸੀਂ ਇਹਨਾਂ ਨੂੰ ਮੰਗ ਪੱਤਰ ਦੇ ਕੇ ਗਏ, ਇਹ ਤਾਂ ਵੀ ਨਹੀਂ ਸਮਝੇ। ਇਹਨਾਂ ਦੇ ਖਿਲਾਫ ਹੁਣ ਅਸੀਂ ਜਦੋਂ 25 ਨੂੰ ਬੰਦ ਕੀਤਾ, ਇਹਨਾਂ ਤਾਂ ਵੀ ਨਹੀਂ ਉਹ ਸਮਝੇ। ਹੁਣ ਅਸੀਂ ਵੇਖੋ ਇਹਨਾਂ ਦੇ ਘਰਾਂ 'ਚ ਆ ਗਏ ਆ। ਘਰਾਂ 'ਚ ਜਾਂ ਤੇ ਪੰਜਾਬ ਦੀ ਧਰਤੀ ਤੇ ਇਹ ਰਹਿਣਗੇ ਜਾਂ ਹੀ ਰਵਾਂਗੇ। ਆਰ ਪਾਰ ਦੀ ਲੜਾਈ ਆ ਸਾਡੀ। ਆਰ ਪਾਰ ਦੀ ਲੜਾਈ ਦੇ ਵਿੱਚ ਅਸੀਂ ਜਿੱਤਾਂਗੇ, ਜਿੱਤ ਸਾਡੀ ਯਕੀਨਨ ਆ। ਇਹਨਾਂ ਨੂੰ ਹਾਰ ਕਰਨੀ ਪਊਗੀ। ਇਹਨਾਂ ਰਹਿਣਾ ਕਿੱਥੇ ਆ? ਇਹਨਾਂ ਦੇ ਜਿਹੜੇ ਯਾਰ ਜਿਨ੍ਹਾਂ ਦੇ ਇਹਨਾਂ ਦੀ ਸਪੋਰਟ ਕਰਦੇ ਆ, ਅੰਬਾਨੀ, ਅਡਾਨੀ, ਰਿਲਾਇੰਸ ਵਰਗੇ, ਉਹਨਾਂ ਨੇ ਇੱਥੇ ਕਾਰੋਬਾਰ ਕਿੱਥੇ ਖੜੇ ਕਰਨੇ? ਕਾਰੋਬਾਰ ਅਸੀਂ ਭੰਨ ਦਾਂਗੇ ਆਉਣ ਵਾਲੇ ਸਮੇਂ ਦੇ ਵਿੱਚ। ਇਹਨਾਂ ਦੇ ਪੈਟਰੋਲ ਪੰਪ ਨਹੀਂ ਚੱਲਣ ਦੇਵਾਂਗੇ। ਕੱਚਾ ਤੇਲ ਪਾ ਸਾਡੇ ਟਰੈਕਟਰਾਂ ਦੀਆਂ ਇਹਨਾਂ ਨੇ ਇੰਜਣਾਂ ਦੀ ਡੰਡ ਲਾਤੀ ਆ। ਮਤਲਬ ਇਹਨਾਂ ਨੇ ਸਸਤਾ ਨਾਂ ਤੇ ਲਿਆ ਕੇ ਵੀ ਉਹ ਤੇਲ ਦੀ ਬਾਕੀ ਕੀ ਕਰਦੇ ਸੀ ਪੰਪ ਵਾਲੇ, ਉਹ ਤੇਲ ਪੂਰਾ ਨਹੀਂ ਸੀ ਪਾਉਂਦੇ। ਇਹ ਤੇਲ ਪੂਰਾ ਪਾਉਣ ਡਿਆ ਪਿਆ, ਪਰ ਤੇਲ ਇਹਨਾਂ ਦਾ ਕੱਚਾ ਸੀ। ਹੁਣ ਸਾਡੇ ਟਰੈਕਟਰਾਂ ਦੇ ਇੰਜਣ ਖੁੱਲ੍ਹਣ ਡਿਆ ਪਿਆ, ਪੰਪ ਖੁੱਲ੍ਹਣ ਡਿਆ ਪਿਆ। ਤੇਲ ਇਹਨਾਂ ਦਾ ਮਾੜਾ ਸੀ, ਲੋਕਾਂ ਨੂੰ ਪਤਾ ਲੱਗਣ ਡਿਆ ਪਿਆ। ਵੇਖੋ ਇਹਨਾਂ ਦੀਆਂ ਗੰਦੀਆਂ ਚਾਲਾਂ, ਕਿਤੇ ਨਾ ਕਿਤੇ ਇਹਨਾਂ ਦੇ ਚਿਹਰੇ। ਹੁਣ ਪਹਿਲੋਂ ਫ੍ਰੀ ਸਿਮ ਦਿੱਤੀ ਤੇ ਹੁਣ ਇਹਨਾਂ ਨੇ ਸਿਮ ਦੇ ਵੱਡੇ ਜਿਹੜੇ ਏਅਰਟੈਲ ਨੂੰ ਵੀ ਮਹਿੰਗਾ ਕਰਤਾ ਇਹਨਾਂ ਨੇ। ਇਸ ਕਰਕੇ ਇਹਨਾਂ ਦੀਆਂ ਜਿਹੜੀਆਂ ਗੰਦੀਆਂ ਚਾਲਾਂ ਵਾ, ਅਸੀਂ ਇਹਨਾਂ ਨੂੰ ਸਮਝ ਕੇ ਬਕਾਇਦਾ ਇਹਨਾਂ ਨੇ ਚੋਰ ਰਸਤੇ ਸਾਡੀ ਧਰਤੀ ਤੇ ਸਾਡੀ ਜਿਹੜੀ ਗੁਰੂ ਨਾਨਕ ਪਾਤਸ਼ਾਹ ਦੀ ਖੇਤੀ ਆ ਔਰ ਤਿਆਰਿਆ। ਬਾਬਾ ਬੰਦਾ ਸਿੰਘ ਬਹਾਦਰ ਨੇ ਜਿਹੜੇ ਖੇਤਾਂ ਦੇ ਸਾਨੂੰ ਮਾਲਕ ਬਣਾਇਆ ਸੀ, ਉਹਨਾਂ ਦੀ ਬੜੀ ਵੱਡੀ ਕੁਰਬਾਨੀ, ਬਹੁਤ ਵੱਡੀ ਕੁਰਬਾਨੀ ਆ ਸਾਡੇ ਸ਼ਹੀਦਾਂ ਦੀ, ਜਿਨ੍ਹਾਂ ਨੇ ਸਾਨੂੰ ਸ਼ਹੀਦੀਆਂ ਦੇ ਕੇ, ਭਗਤ ਸਿੰਘ ਦੀ ਸ਼ਹੀਦੀ ਆ, ਸਾਡੇ 10ਵੇਂ ਪਾਤਸ਼ਾਹ ਦੀਆਂ ਲਾਲਾਂ ਦੀ ਸ਼ਹੀਦੀ ਆ, ਜਿਹਨੇ ਸਾਨੂੰ ਇਹ ਧਰਤੀ ਦੇ ਮਾਲਕ ਬਣਾਇਆ ਵਾ। ਸਾਨੂੰ ਉਹਨੂੰ ਵੱਡੀਆਂ ਸ਼ਹੀਦੀਆਂ ਦੇ, ਨਹੀਂ ਤੇ ਮੁਗਲਾਂ ਨੇ ਜ਼ਮੀਨ ਛੱਡਣੀ ਨਹੀਂ ਸੀ। ਜੇ ਉਹਨਾਂ ਨੇ ਜ਼ਮੀਨ ਛਡਾ ਕੇ ਦਿੱਤੀ ਆ, ਅਸੀਂ ਇੰਨੇ ਜੋਗੇ ਨਹੀਂ ਪਏ। ਇਹਨੂੰ ਮੋਦੀ ਵਰਗਿਆਂ ਨੂੰ, ਰਿਲਾਇੰਸ ਵਾਲਿਆਂ ਨੂੰ ਅਸੀਂ ਜ਼ਮੀਨਾਂ ਦੇ ਦਾਂਗੇ ਨਾ। ਅਸੀਂ ਆਪਣੇ ਸ਼ਹੀਦਾਂ ਨੂੰ ਯਾਦ ਰੱਖਦੇ ਹਾਂ। ਅਸੀਂ ਸ਼ਹੀਦਾਂ ਨੂੰ ਕਿੱਦਾਂ ਭੁੱਲ ਜਾਾਂਗੇ? ਸਾਡੇ ਸ਼ਹੀਦਾਂ ਨੇ ਸਾਨੂੰ ਜ਼ਮੀਨ ਦਾ ਮਾਲਕ ਬਣਾਇਆ ਵਾ। ਅਸੀਂ ਤੇ ਫਿਰ ਨਾ ਸ਼ੁਕਰੇ ਹੋ ਗਏ। ਤੁਹਾਨੂੰ ਹਰਜੀਤ ਸਿੰਘ ਜੀਤਾ ਜੀ, ਸੰਘਰਸ਼ ਹੋਰ ਤਿੱਖਾ ਹੋਊਗਾ ਜੇ ਆਉਣ ਵਾਲੇ ਸਮੇਂ ਦੇ ਵਿੱਚ ਮੰਗਾਂ ਨਹੀਂ ਮੰਨੀਆਂ ਜਾਂਦੀਆਂ। ਤੇ 25 ਤਰੀਕ ਨੂੰ ਪੰਜਾਬ ਬੰਦ ਦਾ ਸੱਦਾ ਦਿੱਤਾ ਸੀ, ਉਸ ਤੋਂ ਬਾਅਦ ਟ੍ਰੇਨਾਂ ਰੋਕੀਆਂ ਗਈਆਂ ਤੇ ਹੁਣ ਭਾਜਪਾ ਨੇਤਾਵਾਂ ਦੇ ਘਰਾਂ ਤੱਕ ਕਿਸਾਨ ਸੰਘਰਸ਼ ਕਮੇਟੀਆਂ ਪਹੁੰਚ ਚੁੱਕੀਆਂ ਤੇ ਉਹਨਾਂ ਵੱਲੋਂ ਇੱਕੋ ਹੀ ਗੱਲ ਹੈਗੀ ਆ ਕਿ ਜੇ ਆਉਣ ਵਾਲੇ ਸਮੇਂ ਦੇ ਵਿੱਚ ਸਾਡਾ ਕੋਈ ਹੱਲ ਨਹੀਂ ਹੁੰਦਾ, ਕਿਸਾਨ ਜਥੇਬੰਦੀਆਂ ਦੀ ਗੱਲ ਨਹੀਂ ਮੰਨੀ ਜਾਂਦੀ ਤੇ ਇਹਨਾਂ ਦੇ ਹਰ ਇੱਕ ਐਮਐਲਏ ਦਾ, ਭਾਵੇਂ ਉਹ ਜਿੱਤਿਆ ਹੋਇਆ ਭਾਵੇਂ ਉਹ ਹਾਰਿਆ ਹੋਇਆ ਵਾ, ਜਾਂ ਰਾਜ ਸਭਾ ਮੈਂਬਰ ਹੋਵੇ, ਐਮਪੀ ਹੋਵੇ, ਐਮਐਲਏ ਹੋਵੇ, ਅਸੀਂ ਉਹਦਾ ਹਰ ਇੱਕ ਦਾ ਘਿਰਾਓ ਕਰਾਂਗੇ। ਸੰਘਰਸ਼ ਦੀ ਰੂਪਰੇਖਾ ਉਲੀਕ ਦਿੱਤੀ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਸੰਘਰਸ਼ ਹੋਰ ਤਿੱਖਾ ਹੋਊਗਾ। ਆਪਾਂ ਹੋਰ ਵੀ ਕਿਸਾਨ ਆਗੂ ਜਿਹੜੇ ਇੱਥੇ ਆਏ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ। ਬਲਵਿੰਦਰ ਸਿੰਘ ਸਾਡੇ ਨਾਲ ਜੁੜ ਚੁੱਕੇ ਆ। ਪਹਿਲਾਂ ਫਤਿਹ ਸਾਂਝ ਪਾਉਂਦੇ। ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਬਲਵਿੰਦਰ ਸਿੰਘ ਜੀ, ਸੰਘਰਸ਼ ਤਿੱਖਾ ਹੋ ਰਿਹਾ ਵਾ ਦਿਨੋਂ ਦਿਨ। ਪਹਿਲੋਂ ਰੇਲਾਂ ਬੰਦ ਕੀਤੀਆਂ ਸੀ, 25 ਤਰੀਕ ਨੂੰ ਪੰਜਾਬ ਬੰਦ ਦਾ ਇੱਕ ਵੱਡਾ ਅਸਰ ਹੋਇਆ। ਹੁਣ ਇੱਕ ਹੋਰ ਜਿਹੜਾ ਸੰਘਰਸ਼ ਤਿੱਖਾ ਕਰਨ ਦੀ ਵੀਰ ਹਰਜੀਤ ਸਿੰਘ ਨੇ ਗੱਲ ਕੀਤੀ ਆ ਕਿ ਇਹ ਲੀਡਰਾਂ ਦੇ ਘਰ ਘੇਰੇ ਜਾਣਗੇ। ਵੀਰ ਜੀ, ਜੋ ਵੀ ਵੀਰ ਹਰਜੀਤ ਸਿੰਘ ਨੇ ਕਿਹਾ ਬਿਲਕੁਲ ਸਹੀ ਕਿਹਾ ਆ, ਕਿਉਂਕਿ ਅਸੀਂ ਲੀਡਰਾਂ ਦੇ ਘਰ ਘੇਰਾਂਗੇ ਫਿਰ ਹੀ ਇਹਨਾਂ ਨੂੰ ਪਤਾ ਲੱਗੂਗਾ। ਕਿਉਂਕਿ ਜੋ ਵੀ ਅਸੀਂ ਪਿੰਡ ਤੇ ਸ਼ਹਿਰ ਦੀ ਸਾਡੀ ਇੱਕ ਬੜੀ ਪੁਰਾਣੀ ਸਾਂਝ ਆ। ਮੇਰੀ ਉਮਰ 40-45 ਸਾਲ ਹੋ ਚੱਲੀ ਆ। ਮੈਂ ਅੱਜ ਤੋਂ 20 ਸਾਲ ਪਹਿਲਾਂ ਇੱਥੇ ਦੁੱਧ ਪਾਉਂਦਾ ਹੁੰਦਾ ਸੀ। ਇਹ ਜੋ ਵੀ ਆ ਸਾਡੀ ਖੇਤੀਬਾੜੀ ਨਾਲ ਸੰਬੰਧਿਤ ਆ। ਜੇ ਅਸੀਂ ਪਿੰਡੋਂ ਦੁੱਧ ਲਿਆਵਾਂਗੇ, ਸ਼ਹਿਰ 'ਚ ਵਿਕੂਗਾ, ਫਿਰ ਉਹਦਾ ਪਨੀਰ ਬਣੂਗਾ, ਦਹੀਂ ਬਣੂਗਾ, ਸਭ ਕੁਝ ਬਣੂਗਾ। ਇਹ ਵਰਤਣਗੇ, ਖਾਣਗੇ। ਪਿੰਡਾਂ 'ਚ ਅਸੀਂ ਸਬਜ਼ੀਆਂ ਬੀਜਾਂਗੇ, ਕਰਾਂਗੇ, ਸਭ ਕੁਝ ਕਰਾਂਗੇ, ਸ਼ਹਿਰਾਂ 'ਚ ਲਿਆਵਾਂਗੇ ਤੇ ਖਾਣਗੇ। ਕਿਉਂਕਿ ਕੋਠੀਆਂ 'ਚ ਬੈਠੇ ਕੁਝ ਨਹੀਂ ਕਰ ਸਕਦੇ। ਕਿਉਂਕਿ ਜੋ ਇਹ ਬਿਲਕੁਲ ਪਿੰਡ ਨਾਲ ਸਾਡਾ ਇਹਨਾਂ ਤੋਂ ਬਿਨਾਂ ਸਰ ਜਾਣਾ, ਇਹਨਾਂ ਦਾ ਸਾਡੇ ਤੋਂ ਬਿਨਾਂ ਨਹੀਂ ਸਰਨਾ। ਲੱਗਦਾ ਤੁਹਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਭਾਜਪਾ ਗੱਲਾਂ ਮੰਨੂਗੀ ਇਹ ਸਾਰੀਆਂ? ਕਿਉਂਕਿ
ਮੋਦੀ ਕਹਿ ਰਿਹਾ ਕਿ ਤੁਹਾਡੇ ਨਾਲ ਗੱਲਬਾਤ ਕਿਸਾਨਾਂ ਨਾਲ ਕਰਨ ਵਾਸਤੇ ਤਿਆਰ ਆ, ਪਰ ਬਿੱਲ ਬਣ ਚੁੱਕਾ ਵਾ। ਬਿੱਲ ਤੁਹਾਨੂੰ ਲੱਗਦਾ ਆਉਣ ਵਾਲੇ ਸਮੇਂ 'ਚ ਵਾਪਸ ਆਊਗਾ? ਇਹ ਵੇਖੋ ਜੀ, ਇਹ ਮੋਦੀ ਹੋਣੀ ਭਾਜਪਾ ਹੋਣੀ, ਇਹ ਤੇ ਕੁਝ ਵੀ ਚੀਜ਼ ਨਹੀਂ ਆ। ਵੇਖੋ ਜੀ, ਇੱਥੇ ਤੇ ਐਡੇ ਐਡੇ ਵੱਡੇ ਵੱਡੇ ਵੇਖੋ ਅਬਦਾਲੀ ਵਰਗੇ ਹਨਾ, ਇੰਦਰਾ ਗਾਂਧੀ ਵਰਗੇ ਸਭ ਚੜਾਈਆਂ ਕਰਕੇ ਆਏ ਆ, ਉਹਨਾਂ ਦਾ ਕੱਖ ਨਹੀਂ ਰਿਹਾ। ਤੇ ਇਹ ਕੀ ਚੀਜ਼ ਆ? ਇਹਨਾਂ ਦਾ ਤੇ ਪਹਿਲਾਂ ਹੀ ਕੱਖ ਨਹੀਂ ਹੈਗਾ। ਮੋਦੀ ਤੇ ਅੱਗੇ ਹੀ ਰੰਡਾ ਵੰਡਾ ਆ। ਮੈਂ ਵੀਰ ਜੀ ਅੱਜ ਤੋਂ 5 ਸਾਲ ਪਹਿਲਾਂ, ਮੈਂ ਨਾ 10 ਸਾਲ, ਜਦੋਂ ਮੋਦੀ ਉਦੋਂ ਮੁੱਖ ਮੰਤਰੀ ਸੀ ਗੁਜਰਾਤ ਦਾ, ਮੈਂ ਉੱਥੇ ਗੁਜਰਾਤ 'ਚ ਗਿਆ ਸੀ। ਉੱਥੇ ਮੈਂ ਸੜਕਾਂ ਵੇਖੀਆਂ, ਐਡੀਆਂ ਸੋਹਣੀਆਂ ਸੜਕਾਂ, ਐਡੀਆਂ ਸੋਹਣੀਆਂ ਸੜਕਾਂ। ਮੇਰਾ ਜੀ ਕਰੇ ਵੀ ਇਹੋ ਜਿਹਾ ਮੁੱਖ ਮੰਤਰੀ ਸਾਡੇ ਪੰਜਾਬ 'ਚ ਹੋਵੇ। ਵੇਖੋ ਜੀ, ਮੁੜ ਕੇ ਮੈਂ ਉਹਨਾਂ ਦੇ ਪਿੰਡਾਂ 'ਚ ਗਿਆ, ਪਿੰਡਾਂ 'ਚ ਹਾਲਤ ਇਹ ਵੇਖੀ, ਮੈਂ ਓਏ ਰੱਬਾ ਮੇਰਿਆ, ਇਹੋ ਜਿਹਾ ਮੁੱਖ ਮੰਤਰੀ ਕਦੀ ਪੈਦਾ ਹੀ ਨਾ ਹੋਵੇ। ਇਹੋ ਜਿਹੀ ਹਾਲਤ ਉਹਨਾਂ ਦੇ ਪਿੰਡਾਂ ਦੀ ਜਾ ਕੇ ਵੇਖੋ ਗੁਜਰਾਤ 'ਚ। ਕੱਚੇ ਘਰ ਆ, ਸਾਡੇ ਤੇ ਬਹੁਤ ਵਧੀਆ ਪਿੰਡ ਬਣੇ ਨੇ ਪਿੰਡਾਂ ਦੇ। ਫਿਰ ਵੀ ਅਸੀਂ ਬਾਦਲ ਨੂੰ ਗਾਲਾਂ ਕੱਢਦੇ ਆ, ਪਰ ਫਿਰ ਵੀ ਮਾੜੀਆਂ ਮੋਟਾਂ ਟੋਟਾਂ ਲਾ ਗਿਆ ਵਾ। ਹੁਣ ਚਲੋ ਚੱਲਣ ਡਿਆ ਕੰਮ 'ਚ ਪਿੰਡਾਂ 'ਚ। ਤੇ ਇਹਨੇ ਤੇ ਬਿਲਕੁਲ ਬੇੜਾ ਗਰਕ ਕਰਤਾ। ਚਾਹ ਵੇਚਦਾ ਸੀ, ਕਹਿੰਦਾ ਮੈਂ ਚਾਹ ਵੇਚਦਾ, ਵਾਕਿਆ ਹੀ ਚਾਹ ਵੇਚਦਾ ਸੀ ਇਹ। ਚਾਹ ਵੇਚਦਾ ਦੇਸ਼ ਹੀ ਵੇਚ ਚੱਲਿਆ। ਜਤਿੰਦਰ ਸ਼ੀਨਾ ਜੀ ਇੱਕ ਵਾਰੀ ਫੇਰ ਸਾਡੇ ਨਾਲ ਜੁੜ ਚੁੱਕੇ ਆ। ਅਗਲੀ ਰੂਪਰੇਖਾ ਕੀ ਹੋਊਗੀ? ਸ਼ਵੇਤ ਮਲਿਕ ਦੇ ਘਰ ਦਾ ਘਿਰਾਓ ਕੀਤਾ ਵਾ। ਅਗਲੀ ਰੂਪਰੇਖਾ ਬਾਰੇ ਗੱਲਬਾਤ ਕਰਦੇ ਆ। ਜਤਿੰਦਰ ਜੀ, ਅਗਲੀ ਰੂਪਰੇਖਾ ਕੀ ਹੋ ਸਕਦੀ ਸੰਘਰਸ਼ ਦੀ? ਸੰਘਰਸ਼ ਦੀ ਅਗਲੀ ਰੂਪਰੇਖਾ ਜਿਹੜੀ ਆ ਉਹ ਅੱਜ ਅਖਬਾਰਾਂ 'ਚ ਆ ਚੁੱਕੀ ਆ ਵੀ ਆਲ ਇੰਡੀਆ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਨੇ 26-27 ਨਵੰਬਰ ਨੂੰ ਸਾਰੇ ਦੇਸ਼ ਦੇ ਕਿਸਾਨਾਂ ਨੂੰ ਦਿੱਲੀ ਜਾਣ ਦਾ ਜਿਹੜਾ ਉਹ ਸੱਦਾ ਦੇ ਦਿੱਤਾ। ਔਰ ਇਹ ਜਿਹੜੇ ਸੰਘਰਸ਼ ਨੇ, ਜਿਹੜਾ ਅੱਜ ਵਾਲਾ ਸੰਘਰਸ਼ ਆ, ਇਹ ਲਗਾਤਾਰ ਜਾਰੀ ਰਹੂ। 7 ਤਰੀਕ ਨੂੰ ਜਥੇਬੰਦੀਆਂ ਨੇ ਮੀਟਿੰਗ ਰੱਖੀ ਹੋਈ ਆ। ਉਹਦੇ ਵਿੱਚ ਇਸ ਸੰਘਰਸ਼ ਦਾ ਕੋਈ ਰੂਪ ਬਦਲੀ ਹੋ ਸਕਦਾ ਜਾਂ ਇਦਾਂ ਹੀ ਜਾਰੀ ਰਹਿ ਸਕਦਾ। ਸੋ ਸੰਘਰਸ਼ ਜਿਹੜਾ ਉਹ ਮਤਲਬ ਉਹਨੂੰ ਵਾਪਸ ਨਹੀਂ ਲਿਆ ਜਾਊਗਾ, ਉਹਨੂੰ ਰੋਕਿਆ ਨਹੀਂ ਜਾਊਗਾ, ਉਹ ਲਗਾਤਾਰ ਰੋਜ਼ ਜਾਰੀ ਰਹੂਗਾ। ਦੇਵੀਦਾਸਪੁਰਾ ਵਿੱਚ ਵੀ ਪ੍ਰੋਟੈਸਟ ਹੋ ਰਿਹਾ ਵਾ, ਰੇਲਾਂ ਰੋਕੀਆਂ ਗਈਆਂ। ਇਹ ਜਿਹੜਾ ਤੁਹਾਡੇ ਵੱਲੋਂ ਲਿਖਿਆ ਹੋਇਆ ਅੱਜ ਦਾ ਸੰਘਰਸ਼ ਆ, ਇਹ ਇੱਥੇ ਪੱਕਾ ਰਹੂਗਾ ਜੋ ਕੋਈ ਲੋਕੇਸ਼ਨ ਹੋਰ ਚੁਣੀ ਜਾਊਗੀ? ਨਹੀਂ ਜੀ, ਇਹ ਸੰਘਰਸ਼ ਜਿਹੜਾ ਇੱਥੇ ਹੀ ਪੱਕਾ ਚੱਲੂਗਾ। ਉਹ ਬਟਾਰੀ ਅੱਜ ਸਾਡੀਆਂ ਹੀ ਜਥੇਬੰਦੀਆਂ ਵੱਲੋਂ ਸਾਡੇ ਹੀ ਸਾਥੀ ਜਿਹੜੇ ਆ ਉਹ ਉੱਥੇ ਬੈਠੇ ਹੋਏ ਨੇ ਸਾਰੇ ਸਾਂਝੇ ਰੂਪ ਵਿੱਚ। ਇੱਥੇ ਵੀ ਸਾਰੇ ਸਾਂਝੇ ਰੂਪ ਵਿੱਚ ਬੈਠੇ ਹੋਏ ਨੇ ਤੇ ਦੇਵੀਦਾਸਪੁਰੇ ਵੀ ਉਹ ਬੈਠੇ ਹੋਏ ਨੇ। ਸਾਰੇ ਅੱਜ ਸਾਰੇ ਪੰਜਾਬ ਦੇ ਵਿੱਚ ਰੇਲ ਆਵਾਜਾਈ ਜਿਹੜੀ ਆ ਉਹ ਰਾਜਪੁਰੇ ਤੋਂ ਹੀ ਰੋਕ ਦਿੱਤੀ ਗਈ ਆ। ਉਹ ਸਾਰੇ ਮਾਲਵੇ ਦੇ ਵਿੱਚ ਰੋਕ ਦਿੱਤੀ ਗਈ ਹੋਈ ਆ। ਔਰ ਮਤਲਬ ਇੱਕ ਮਿੱਥੇ ਪ੍ਰੋਗਰਾਮ ਅਨੁਸਾਰ ਹੀ ਰੇਲਾਂ ਵੀ ਰੋਕਣੀਆਂ ਸੀ। ਤੇ ਬੀਜੇਪੀ ਦੇ ਜਿਹੜੇ ਮੰਤਰੀ ਆ, ਕੇਂਦਰੀ ਮੰਤਰੀ ਫਗਵਾੜੇ 'ਚ, ਉਹਨਾਂ ਦਾ ਅੱਜ ਘਿਰਾਓ ਹੋਇਆ। ਔਰ ਅੱਜ ਇੱਥੇ ਜਿਹੜੇ ਰਾਜ ਸਭਾ ਮੈਂਬਰ ਨੇ ਬੀਜੇਪੀ ਦੇ ਸ੍ਰੀ ਸ਼ਵੇਤ ਮਲਿਕ ਜੀ ਤੇ ਸਾਬਕਾ ਪ੍ਰਧਾਨ ਨੇ ਬੀਜੇਪੀ ਦੇ, ਉਹਨਾਂ ਦੇ ਘਰ ਦੇ ਅੱਗੇ ਅਸੀਂ ਉਸੇ ਕੜੀ ਦੇ ਤਹਿਤ ਜਿਹੜਾ ਉਹ ਧਰਨਾ ਲਾ ਕੇ ਬੈਠੇ। ਲਗਾਤਾਰ ਹੁਣ ਕਿੰਨੇ ਦਿਨ ਦਾ ਸੰਘਰਸ਼ ਇੱਥੇ ਦਾ ਮੋਰਚਾ ਲੱਗਿਆ? ਦੇਖੋ ਜੀ, 7 ਤਰੀਕ ਤੱਕ ਤਾਂ ਘੱਟ ਤੋਂ ਘੱਟ ਹੈਗਾ ਜੀ। 7 ਤਰੀਕ ਤੱਕ ਲਗਾਤਾਰ ਇਹ ਧਰਨਾ ਚੱਲੂਗਾ। ਔਰ 7 ਨੂੰ ਜਥੇਬੰਦੀਆਂ ਦੀ ਮੀਟਿੰਗ 'ਚ ਕੀ ਫੈਸਲਾ ਹੁੰਦਾ, ਜੋ ਫੈਸਲਾ ਉਹਦੇ ਅਨੁਸਾਰ ਅੱਗੇ ਸੰਘਰਸ਼ ਚੱਲੂਗਾ। ਸਿੰਘ ਜੀ, ਕੈਪਟਨ ਸਾਹਿਬ ਵੀ ਕਹਿ ਰਹੇ ਆ ਕਿ ਮੈਂ ਕਿਸਾਨਾਂ ਦੇ ਪਿੱਛੇ ਲੱਗੂਗਾ, 4 ਤਰੀਕ ਨੂੰ ਨਾਲ ਆਊਂਗਾ, ਸ਼ੰਭੂ ਤੋਂ ਆਪਾਂ ਦਿੱਲੀ ਨੂੰ ਕੂਚ ਕਰਾਂਗੇ। ਅੱਜ ਅਕਾਲੀ ਦਲ ਵੱਲੋਂ ਇੱਕ ਵੱਡੀ ਰੈਲੀ ਕੱਢੀ ਗਈ ਆ, ਉਹ ਕਹਿ ਰਹੇ ਕਿ ਮੈਂ ਗਵਰਨਰ ਨੂੰ ਜਾ ਕੇ ਮਿਲੂੰਗਾ। ਬਹੁਤ ਵੱਡਾ ਇਕੱਠ ਲੈ ਕੇ ਗਏ ਆ ਉਹ। ਕੀ ਲੱਗਦਾ ਉਹਦੇ 'ਚ ਸਿਆਸੀ ਰੋਟੀਆਂ ਦੇਖੀਆਂ ਜਾ ਰਹੀਆਂ ਜਾਂ ਕਿਸਾਨ ਦੀ ਹਮਦਰਦੀ ਹੈ ਨਾਲ? ਇਹਨਾਂ ਨੂੰ ਕਿਸਾਨਾਂ ਨਾਲ ਕੋਈ ਹਮਦਰਦੀ ਨਹੀਂ ਹੈਗੀ। ਇਹ ਕਿਸਾਨ ਅੰਦੋਲਨ ਤੋਂ ਡਰੇ ਹੋਏ, ਕਿਸਾਨਾਂ ਦੀਆਂ ਵੋਟਾਂ ਦੀ ਖਾਤਰ ਦੋਵੇਂ ਧਿਰਾਂ ਜਿਹੜੀਆਂ ਨੇ ਉਹ ਚਾਰਾਜੋਈ ਕਰ ਰਹੀਆਂ ਨੇ। ਅਕਾਲੀ ਦਲ ਦੀ ਜਿਹੜੀ ਨੀਤੀ ਆ ਉਹ ਤੇ ਸਾਨੂੰ ਇਹ ਦਿਖਾ ਰਹੀ ਆ ਵੀ ਉਹ ਅੱਜ ਵੀ ਭਾਜਪਾ ਦੇ ਨਾਲ ਉਹਨਾਂ ਦਾ ਪੱਕਾ ਗੱਠ ਜੋੜਿਆ। ਉਹ ਕਿਸਾਨ ਅੰਦੋਲਨ ਨੂੰ ਖਿਡਾਉਣ ਲਈ ਇੱਕ ਪੈਰਲਲ ਕਿਸਾਨ ਅੰਦੋਲਨ ਜਾਂ ਅਕਾਲੀ ਦਲ ਦੇ ਕਾਡਰ ਦਾ ਅੰਦੋਲਨ ਜਿਹੜਾ ਚਲਾ ਕੇ ਇਸ ਕਿਸਾਨ ਅੰਦੋਲਨ ਨੂੰ ਮਿਲਦੀ ਹਮਾਇਤ ਜਿਹੜੀ ਆ ਉਹਨੂੰ ਘੱਟ ਕਰਨਾ ਚਾਹੁੰਦੇ ਆ, ਇਸ ਅੰਦੋਲਨ ਨੂੰ ਫੇਲ ਕਰਨਾ ਚਾਹੁੰਦੇ ਆ। ਉਹ ਇਹਨਾਂ ਕਾਨੂੰਨਾਂ ਨੂੰ ਲਾਗੂ ਕਰਾਉਣ 'ਚ ਕੇਂਦਰ ਦੀ ਸਰਕਾਰ ਦੀ ਜਿਹੜੀ ਆ ਉਹ ਮਦਦ ਕਰ ਰਿਹਾ। ਕੈਪਟਨ ਸਾਹਿਬ ਕਹਿ ਰਹੇ ਆ ਕਿ 4 ਤਰੀਕ ਨੂੰ ਦਿੱਲੀ ਨੂੰ ਕੂਚ ਕੀਤਾ ਜਾਊਗਾ, ਮੈਂ ਕਿਸਾਨ ਜਥੇਬੰਦੀ ਦੇ ਨਾਲ ਲੱਗੂੰਗਾ, ਸ਼ੰਭੂ ਬਾਰਡਰ ਤੇ ਇਕੱਠ ਕੀਤਾ ਜਾਊਗਾ, ਮੈਂ ਮਗਰ ਲਾ ਕੇ ਤੁਹਾਡੇ ਚੱਲੂੰਗਾ। ਕਿਸਾਨ ਜਥੇਬੰਦੀਆਂ ਦੇ ਬਾਰੇ ਫੈਸਲਾ ਕਰਨਗੀਆਂ ਵੀ ਕਦੋਂ ਦਿੱਲੀ ਨੂੰ ਜਾਣਾ। ਉਹਨਾਂ ਨੇ ਸੱਦਾ ਦੇ ਦਿੱਤਾ 26-27 ਨਵੰਬਰ ਦਾ। ਕਿਸਾਨ ਜਥੇਬੰਦੀਆਂ ਇਸ ਵੇਲੇ ਝੋਨੇ ਦਾ ਪੀਕ ਸੀਜ਼ਨ ਚੱਲ ਰਿਹਾ। ਕਿਸਾਨਾਂ ਨੇ ਝੋਨੇ ਦੀ ਕਟਾਈ ਕਰਨੀ ਆ। ਇਹ ਘੱਟੋ ਘੱਟ 1 ਮਹੀਨਾ ਕਿਸਾਨਾਂ ਦੀ, ਅਕਤੂਬਰ ਦਾ ਸਾਰਾ ਮਹੀਨਾ ਜਿਹੜੀ ਆ ਉਹ ਕਟਾਈ ਹੋਣੀ ਆ। 1 ਨਵੰਬਰ ਤੋਂ ਕਿਸਾਨਾਂ ਨੇ ਕਣਕ ਬੀਜਣੀ ਆ। 20 ਨਵੰਬਰ ਤੱਕ ਕਿਸਾਨ ਜਿਹੜੇ ਉਹ ਵਿਹਲੇ ਹੋਣੇ ਨੇ। ਔਰ 20 ਤੋਂ 26-27 ਦਾ ਸੱਦਾ ਦਿੱਤਾ ਗਿਆ ਤਾਂ 26-27 ਨਵੰਬਰ ਨੂੰ ਦਿੱਲੀ ਨੂੰ ਕੂਚ ਕਰਾਂਗੇ।
ਮੋਦੀ ਸਰਕਾਰ ਵੱਲੋਂ ਕਿਹਾ ਜਾ ਰਿਹਾ ਹੈ ਕਿ ਕਿਸਾਨ ਸਾਨੂੰ ਮਿਲ ਸਕਦੇ ਆ, ਜਿਹੜਾ ਆਰਡੀਨੈਂਸ ਵਾਪਸ ਨਹੀਂ ਲਿਆ ਜਾ ਸਕਦਾ, ਉਹ ਬਿੱਲ ਬਣ ਚੁੱਕਾ ਵਾ ਇਸ ਟਾਈਮ ਦੇ ਉੱਤੇ, ਇਹ ਕਿਸ ਤਰ੍ਹਾਂ ਵਾਪਸ ਹੋਊਗਾ? ਪਰ ਕੀ ਲੱਗਦਾ? ਨਹੀਂ, ਮੋਦੀ ਸਰਕਾਰ ਤੇ ਵੇਖੋ ਬੀਜੇਪੀ ਦੀ ਸਰਕਾਰ ਜਾਂ ਉਹਦੇ ਮੰਤਰੀ ਜਾਂ ਉਹਦੇ ਵਿਧਾਇਕ ਐਮਪੀ, ਉਹਦਾ ਕਾਡਰ ਸਾਰਾ ਹੀ, ਉਹਦੇ ਸੂਬਾ ਪ੍ਰਧਾਨ ਜ਼ਿਲ੍ਹਾ ਪ੍ਰਧਾਨ ਸਾਰੇ ਜਿਹੜੇ ਆ, ਉਹਨਾਂ ਦੇ ਜੋ ਸਰਕਾਰ ਕਹਿ ਰਹੀ ਉਹੀ ਕਹਿਣਾ। ਉਹ ਤਾਂ ਕਹਿ ਰਹੇ ਨੇ ਵੀ ਇਹ ਕਾਨੂੰਨ ਜਿਹੜੇ ਕਿਸਾਨ ਦਾ ਫਾਇਦਾ ਕਰਨਗੇ, ਕਿਸਾਨ ਦੀ ਆਮਦਨ ਵਧੂਗੀ, ਪਰ ਅੱਜ ਸਰਕਾਰ ਜਿਹੜੀ ਆ ਉਹ 23 ਜਿਣਸਾਂ ਦਾ ਭਾਅ ਬੰਨ੍ਹਦੀ ਆ। ਕਣਕ ਝੋਨਾ ਸਰਕਾਰੀ ਰੇਟ ਤੇ ਖਰੀਦਿਆ ਜਾਂਦਾ, ਬਾਕੀ ਸਾਰੀਆਂ ਜਿਣਸਾਂ ਜਿਹੜੀਆਂ ਉਹਨਾਂ ਦਾ ਸਰਕਾਰੀ ਭਾਅ ਬੰਨਣਾ ਇੱਕ ਰਵਾਇਤ ਹੀ ਆ, ਇੱਕ ਫਾਰਮੈਲਿਟੀ ਆ, ਉਹਨਾਂ ਦਾ ਅੱਧਾ ਭਾਅ ਨਹੀਂ ਮਿਲਦਾ ਇਸ ਵਾਰ। ਮਤਲਬ ਨੀਅਰੈਸਟ ਜਿਹੜੀ ਐਗਜ਼ਾਮਪਲ ਆ ਕਿ ਪੰਜਾਬ ਦੇ ਕਿਸਾਨਾਂ ਨੂੰ ਮਜਬੂਰਨ ਕਣਕ ਨਾ ਬੀਜੀ ਗਈ 11-21 ਵਾਲੀਆਂ ਪੈਲੀਆਂ 'ਚ, ਤਾਂ ਉਹਨਾਂ ਨੂੰ ਬਹੁਤ ਵੱਡੀ ਪੱਧਰ ਤੇ ਜਿਹੜੀ ਆ ਉਹ ਮੱਕੀ ਬੀਜਣੀ ਪਈ ਆ, ਤੇ ਮੱਕੀ ਜਿਹੜੀ ਆ 600 ਰੁਪਏ ਕੁਇੰਟਲ ਤੋਂ ਲੈ ਕੇ 1000-1100 ਤੱਕ ਵਿਕੀ ਆ, ਉਹਦਾ 1850 ਰੁਪਇਆ ਸਰਕਾਰੀ ਭਾਅ। ਸਰਕਾਰੀ ਏਜੰਸੀਆਂ ਉਹ ਖਰੀਦਣ ਨਹੀਂ ਆਈਆਂ, ਸਿਰਫ ਕਣਕ ਝੋਨੇ ਨੂੰ ਖਰੀਦੀਆਂ, ਤੇ ਇਸ ਕਰਕੇ ਉਹ ਜਿਹਨਾਂ ਨੂੰ ਖਰੀਦਦੀ ਨੇ ਸਰਕਾਰੀ ਏਜੰਸੀਆਂ, ਉਹਨਾਂ ਦਾ ਭਾਅ ਡਿੱਗ ਜਾਂਦਾ। ਜੇ ਕਣਕ ਝੋਨੇ ਦਾ ਵੀ ਭਾਅ ਜਿਹੜਾ ਉਹ ਲਾਣ ਦਿਓ ਤੁਸੀਂ, ਪਰ ਜੇ ਸਰਕਾਰੀ ਏਜੰਸੀਆਂ ਨਹੀਂ ਆਉਣਗੀਆਂ ਤਾਂ ਪ੍ਰਾਈਵੇਟ ਕੰਪਨੀਆਂ ਜਿਹੜੀਆਂ ਉਹਨੂੰ ਕੌਡੀਆਂ ਦੇ ਭਾਅ ਖਰੀਦਣਗੀਆਂ। ਇਸ ਵਾਰ ਸਾਡੀ ਜਿਹੜੀ ਐਕਸਪੋਰਟ ਕੁਆਲਿਟੀ 1509 ਆ, ਉਹ ਪਿਛਲੇ ਸਾਲ ਨਾਲੋਂ 1000 ਰੁਪਈਆ ਸਸਤੀ ਵਿਕ ਰਹੀ ਆ, ਔਰ ਤੁਸੀਂ ਹੈਰਾਨ ਹੋਗੇ ਵੀ ਉਹਦਾ ਰੇਟ ਝੋਨੇ ਦਾ ਭਾਅ ਜਿਹੜਾ ਇਸ ਵੇਲੇ ਉਹ 1888 ਰੁਪਏ ਕੁਇੰਟਲ ਆ, ਤਾਂ ਉਹ ਜਿਹੜੀ ਆ 1700 ਲੈ ਕੇ 1870-75 ਤੱਕ ਵਿਕ ਰਹੀ ਆ। ਐਕਸਪੋਰਟ ਕੁਆਲਿਟੀ ਜਿਹੜੀ ਆ ਉਹ ਝੋਨੇ ਦੇ ਭਾਅ ਤੋਂ ਵੀ ਸਸਤੀ ਵਿਕ ਰਹੀ ਹੈ, ਕਿਉਂਕਿ ਉਹਦਾ ਸਰਕਾਰੀ ਭਾਅ ਕੋਈ ਨਹੀਂ ਹੈਗਾ। ਬਿੱਲ ਦੇ ਵਿੱਚ ਆਉਣ ਵਾਲੇ ਸਮੇਂ ਸੋਧਾਂ ਕੀਤੀਆਂ ਜਾ ਸਕਦੀਆਂ ਜਾਂ ਬਿਲਕੁਲ ਇਹਨੂੰ ਵਾਪਸ ਕਰਨ ਦੀ ਗੱਲ ਕੀਤੀ ਜਾ ਰਹੀ ਹੈ? ਕਿਸਾਨ ਇਹ ਬਿੱਲ ਵਾਪਸ ਹੋਣੇ ਆ ਜੀ, ਇਹਦੇ 'ਚ ਕੋਈ ਸੋਧ ਦੀ ਗੁੰਜਾਇਸ਼ ਨਹੀਂ। ਇਹ ਬਿੱਲ ਰੱਦ ਹੋਣਗੇ ਤੇ ਕਿਸਾਨੀ ਬਚੂਗੀ, ਜਾਂ ਕਿਸਾਨੀ ਰਹੂਗੀ ਤੇ ਜਾਂ ਫਿਰ ਇਹ ਬਿੱਲ ਰਹਿਣਗੇ। ਧੰਨਵਾਦ ਜਤਿੰਦਰ ਸਿੰਘ ਜੀ। ਜਾਂ ਕਿਸਾਨੀ ਰਹੂਗੀ ਤੇ ਜਾਂ ਇਹ ਬਿੱਲ ਰਹਿਣਗੇ, ਕਿਹਾ ਜਾ ਰਿਹਾ ਕਿਸਾਨ ਸੰਘਰਸ਼ ਕਮੇਟੀਆਂ ਵੱਲੋਂ, ਕਿਉਂਕਿ ਵੱਡੀ ਮੰਗ ਆ ਕਿ ਜਾਂ ਇਹ ਆਰਡੀਨੈਂਸ, ਇਹ ਕਾਨੂੰਨ ਵਾਪਸ ਲੈਣੇ ਪੈਣਗੇ, ਤੇ ਨਹੀਂ ਤੇ ਇਹਦੇ ਨਾਲ ਕਿਸਾਨੀ ਬਰਬਾਦ ਹੋ ਸਕਦੀ ਆ। ਪੰਜਾਬ ਦੇ ਵਿੱਚ ਵੱਖੋ-ਵੱਖਰੇ ਥਾਵਾਂ ਤੇ ਪ੍ਰੋਟੈਸਟ ਕੀਤੇ ਜਾ ਰਹੇ ਆ। 25 ਤਰੀਕ ਨੂੰ ਪੰਜਾਬ ਬੰਦ ਦੇ ਸੱਦੇ ਤੇ ਇੱਕ ਵੱਡਾ ਵਿਦਰੋਹ ਸੀ, ਪੰਜਾਬ ਪੂਰਾ ਬੰਦ ਸੀ। ਉਸ ਤੋਂ ਬਾਅਦ 'ਚ ਲਗਾਤਾਰ ਰੇਲਾਂ ਲੋਕੀਆਂ ਜਾ ਰਹੀਆਂ ਵਾ। ਅੱਜ ਵੀ ਰੇਲਵੇ ਸਟੇਸ਼ਨ ਤੋਂ ਚੱਲ ਕੇ ਇਸ ਟਾਈਮ ਤੇ ਸਵੇਤ ਮਲਿਕ ਦੇ ਘਰ ਦਾ ਘਰਾਓ ਹੈਗਾ, ਇਹ ਸਾਹਮਣੇ ਤਸਵੀਰਾਂ ਵੇਖ ਸਕਦੇ ਆ। ਭਾਜਪਾ ਦੇ ਨੇਤਾ ਸ਼ਵੇਤ ਮਲਿਕ ਦੇ ਘਰ ਦਾ ਘਰਾਓ ਕੀਤਾ ਗਿਆ ਵਾ ਕਿਸਾਨ ਜਥੇਬੰਦੀਆਂ ਵੱਲੋਂ, ਤੇ ਇੱਕੋ ਹੀ ਮੰਗ ਆ ਕਿ ਜੇ ਇਹ ਕਾਨੂੰਨ ਵਾਪਸ ਨਹੀਂ ਲਿਆ ਜਾਂਦਾ, ਉਹਨਾਂ ਚਿਰ ਅਸੀਂ ਇਸੇ ਤਰ੍ਹਾਂ ਹੀ ਸੰਘਰਸ਼ ਕਰਾਂਗੇ। ਤੇ ਅਕਾਲੀ ਭਾਜਪਾ, ਅਕਾਲੀ ਦਲ ਅਤੇ ਕਾਂਗਰਸ ਦੀ ਵੱਲ ਤੇ ਕੋਈ ਕਹਿ ਰਿਹਾ ਕਿ ਕੇਵਲ ਉਹ ਆਪਣੀ ਵੋਟ ਰਾਜਨੀਤੀ ਖੇਡ ਰਹੇ ਆ, ਉਹਨਾਂ ਨੂੰ ਕਿਸਾਨਾਂ ਦੇ ਨਾਲ ਕੋਈ ਹਮਦਰਦੀ ਨਹੀਂ ਗੀ। ਜਿਹੜਾ ਕਿ ਨਵੰਬਰ ਦੇ ਵਿੱਚ 25 ਤਰੀਕ ਤੋਂ ਬਾਅਦ ਦੇ ਵਿੱਚ ਇੱਕ ਵੱਡਾ ਸੰਘਰਸ਼ ਵਿੱਢਿਆ ਜਾਊਗਾ, ਜਿਹਦੇ ਵਿੱਚ ਦਿੱਲੀ ਵੱਲ ਨੂੰ ਕੂਚ ਕੀਤਾ ਜਾਊਗਾ। ਇਹਦੇ ਵਿੱਚ ਆਉਣ ਵਾਲੇ ਸਮੇਂ ਦੇ ਫੈਸਲੇ ਲਏ ਜਾਣਗੇ। 7 ਤਰੀਕ ਤੱਕ ਇਹ ਲਗਾਤਾਰ ਸੰਘਰਸ਼ ਜਿਹੜਾ ਹੈ ਸਵੇਤ ਮਲਿਕ ਦੇ ਘਰ ਦੇ ਸਾਹਮਣੇ ਕਿਸਾਨ ਜਥੇਬੰਦੀਆਂ ਨਾਲ ਲਗਾਤਾਰ ਵਾ ਕਿਹਾ ਜਾ ਰਿਹਾ ਕਿ 7 ਤਰੀਕ ਤੱਕ ਇੱਥੇ ਬੈਠਾਂਗੇ, ਤੇ ਅਗਲੇ ਜੋ ਵੀ ਕਿਸਾਨ ਜਥੇਬੰਦੀਆਂ ਵੱਲੋਂ ਸੁਨੇਹਾ ਆਊਗਾ ਉਹਦੇ ਹਿਸਾਬ ਦੇ ਨਾਲ ਇਹ ਸੰਘਰਸ਼ ਦੀ ਹੋਰ ਰੂਪਰੇਖਾ ਤਿੱਖੀ ਕੀਤੀ ਜਾਊਗੀ। ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ, ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ।